नमस्कार, आदाब, सत श्री अकाल। हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स विच मैं हाँ तरनजीत कौर घुम्मन हाजिर हाँ जी लैके तुहाडा अपना प्रोग्राम गलबात करांगे असीं कैनेडियन इमीग्रेशन संबंधी। तुहाडा कोई भी सवाल है सानूं अज दे लाइव प्रोग्राम 'च तुसीं कॉल कर सकते हो। तुहाडे सवालों के असीं नाल दी नाल जवाब भी देवांगे, कैनेडियन इमीग्रेशन बारे भी गलबात करांगे। एक्सप्रैस एंट्री दा नवां ड्रॉ इस वक्त आ चुकिया उस दे बारे विच असीं गलबात करांगे। नाल दी नाल इस वक्त कई खबरां सामने आ रही ने जिहदे विच कहा जा रहा है कि जिहड़ी स्पाउसल स्पॉन्सरशिप है वो कैनेडा विच 2023 तो लगभग डबल कर दित्ती जाएगी। सो इस दे बारे असीं गलबात करांगे कि हो रही है कि एप्लीकेशनस नूं ज़्यादा प्रोसैस कीता जा रिहा, किवें ये सारा मामला है, इहदे बारे गल करांगे। कैनेडियन इमीग्रेशन संबंधी तुहाडा कोई सवाल है सानूं तुसीं पुछ सकदे हो लाइव प्रोग्राम विच। स्टूडेंट दे तौर ते इत्थे आ चुके हो, कॉलेज बदलना चाहुंदे हो पर पता नहीं लग रिहा किवें कीता जावे। इमीग्रेशन मैटर्स इस वक्त लाइव प्रोग्राम है, तुसीं कर सकदे हो लाइव प्रोग्राम च कॉल। तुहाडे सवालों के जवाब देने लई साडे नाल जुड़ चुके ने जी आईसीसी इमीग्रेशन तो मिस्टर मनु दत्ता जी। सत श्री अकाल सर। ਤਰਨ ਜੀ ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮਡੀ ਮਨੂ ਦੱਤਾ ਐਂਡ ਆਰਡੀ ਰਿਪੁਦਮ ਸਿੰਘ ਢਿੱਲੋਂ ਵੱਲੋਂ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ 에ਅਰ। ਤਰਨ ਜੀ ਕੀ ਹਾਲ ਚਾਲ ਸਰ? ਆਲ ਗੁੱਡ ਤਰਨ, ਥੈਂਕ ਯੂ। ਆਉਣ ਦੇ ਨਾਲ ਹੀ ਤੁਹਾਡੇ ਨਾਲ ਇੱਕ ਐਕਸਪ੍ਰੈਸ ਐਂਟਰੀ ਦਾ ਡਰਾ ਵੀ ਆ ਗਿਆ, ਸੋ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਇਹਦੀ ਜਾਣਕਾਰੀ ਦੇ ਦਈਏ ਜੀ ਤਰਨ, ਬਿਲਕੁਲ ਅੱਜ ਜਿਹੜਾ ਡਰਾ ਹੋਇਆ ਅਪ੍ਰੈਲ ਦਾ ਫਸਟ ਡਰਾ ਹੈ ਐਜ਼ ਅ ਮੈਟਰ ਆਫ ਫੈਕਟ ਐਂਡ 3500 ਇਨਵੀਟੇਸ਼ਨ ਦਿੱਤੇ ਗਏ ਨੇ। 3500 ਲਾਸਟ ਮੰਥ ਦੇ ਵਿੱਚ ਜਿਹੜਾ ਲਾਸਟ ਡਰਾ ਸੀਗਾ 7000 ਸੀਗੇ, 7-7000 ਦੇ 3 ਡਰਾ ਸੀਗੇ। ਅੱਜ 3500 ਇਨਵੀਟੇਸ਼ਨਸ ਹੈ ਤੇ 486 ਦੇ ਪੁਆਇੰਟਸ ਤੇ ਕੱਟ ਆਫ ਤੇ ਗਿਆ। ਪਿਛਲਾ 481 ਤੇ ਸੀਗਾ, ਸੋ ਹੁਣ 5 ਪੁਆਇੰਟਸ ਦਾ ਜੰਪ ਵੀ ਹੋਇਆ। ਸੋ 486 ਤੇ ਜੀ 3500 ਇਨਵੀਟੇਸ਼ਨ ਦਿੱਤੇ ਗਏ ਨੇ। ਇੱਕੋ ਹੀ ਚੀਜ਼ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਦੋਸਤ ਕੈਨੇਡਾ ਆਉਣ ਦੇ ਇੱਛੁਕ ਹੈਗੇ ਨੇ, ਆਉਣਾ ਚਾਹੁੰਦੇ ਨੇ, ਖਾਸ ਕਰ ਹੈਲਥ ਕੇਅਰ ਨਾਲ, ਟ੍ਰੇਡ ਨਾਲ, ਜਾਂ ਫਿਰ ਤੁਸੀਂ ਆਈਟੀ ਸੌਫਟਵੇਅਰ ਨਾਲ ਤੁਹਾਡਾ ਤਾਲੁਕ ਹੈਗਾ, ਕ੍ਰੀਏਟ ਯੂਰ ਪ੍ਰੋਫਾਈਲਸ, ਡੂ ਨਾਟ ਵੇਟ, ਬਿਕੋਜ਼ ਹੁਣ ਅੱਗੇ ਜਾ ਕੇ ਤਰਨ ਜੀ we will see more of occupation specific draws as well. So occupation specific draws individual draws ਤਾਂ ਹੋਣਗੇ ਹੀ ਹੋਣਗੇ, ਉਸ ਤੋਂ ਇਲਾਵਾ ਉਹ ਥੱਲੇ ਪੁਆਇੰਟਸ ਜਾਣ ਦੀ ਵੀ ਉਮੀਦ ਰਹੇਗੀ ਉਹਨਾਂ ਦੇ ਵਿੱਚ। ਸੋ ਜਿਹੜੇ ਦੋਸਤਾਂ ਨੇ ਪ੍ਰੋਫਾਈਲ ਕ੍ਰੀਏਟ ਕੀਤਾ ਹੋਏਗਾ ਪਿਕ ਤਾਂ ਉਹੀ ਹੋਣੇ ਨੇ ਜੀ। ਜਿਵੇਂ ਤੁਸੀਂ ਗੱਲ ਕੀਤੀ ਹੈ ਸਰ, ਹੁਣ ਕਈ ਅਜਿਹੇ ਵੀ ਹੋਣਗੇ ਜਿਨ੍ਹਾਂ ਦੇ ਕੁਝ ਕੁ ਪੁਆਇੰਟਸ ਹਜੇ ਰਹਿੰਦੇ ਨੇ, ਪਰ ਜਿਸ ਤਰੀਕੇ ਦੇ ਨਾਲ ਅਜੇ ਇਹਨਾਂ ਨੇ ਕਿਹਾ ਹੈ ਕਿ ਵਰਕ ਪਰਮਿਟ ਲਈ ਥੋੜੀ ਜਿਹੀ ਐਕਸਟੈਂਸ਼ਨ ਇਹਨਾਂ ਨੇ ਦਿੱਤੀ ਹੈ, ਜੇਕਰ 1 ਸਾਲ ਦੀ ਜਗ੍ਹਾ 2 ਸਾਲ ਦਾ ਐਕਸਪੀਰੀਅੰਸ ਹੋ ਜਾਂਦਾ, ਕੀ ਇਹ ਥੋੜਾ ਜਿਹਾ ਕੋਈ ਐਡਵਾਂਟੇਜ ਮਿਲ ਸਕਦਾ? ਬਿਲਕੁਲ ਤਰਨ ਜੀ, ਬਿਕੋਜ਼ 18 ਓਕੇ, ਆਪਾਂ ਤੁਸੀਂ ਇਹ ਟੌਪਿਕ ਨੂੰ ਟੱਚ ਕੀਤਾ ਹੈਗਾ। ਪਹਿਲੇ ਤੇ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਸੀਗੇ ਜਿਨ੍ਹਾਂ ਦਾ 2022 ਦੇ ਵਿੱਚ ਐਕਸਪਾਇਰ ਹੋ ਚੁੱਕਾ ਹੈ, ਜਿਹਦੇ ਕੋਲ ਸਿਰਫ ਈਮੇਲ ਆਈ ਸੀਗੀ 6 ਮਹੀਨਿਆਂ ਦੀ ਜਾਂ ਉਸ ਤੋਂ ਬਾਅਦ ਐਕਸਟੈਂਸ਼ਨ ਨਹੀਂ ਆਇਆ, ਤੇ 2023 ਦੇ ਵਿੱਚ ਜਿਨ੍ਹਾਂ ਦਾ ਐਕਸਪਾਇਰ ਹੋਇਆ ਜਾਂ ਹੋਣ ਜਾ ਰਿਹਾ, ਉਹ ਸਾਰਿਆਂ ਨੂੰ ਈਮੇਲਸ ਆ ਗਈਆਂ ਹੈਗੀਆਂ, ਰਾਈਟ। ਈਮੇਲਸ ਆਈਆਂ ਕਿ ਤੁਸੀਂ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹੋ, ਤੁਹਾਡਾ ਪ੍ਰੋਸੈਸ ਕੀ ਹੋਣਾ ਚਾਹੀਦਾ ਆ। ਸੋ 3 ਸਪੈਸੀਫਿਕ ਪ੍ਰੋਸੈਸ ਹੈਗੇ ਨੇ, ਬਟ ਜਿਨ੍ਹਾਂ ਦਾ ਐਕਸਪਾਇਰ ਹੋ ਚੁੱਕਾ ਹੈ ਉਹਨੂੰ ਵਿਦ ਰੈਸਟੋਰੇਸ਼ਨ ਆਪਣੀ ਐਪਲੀਕੇਸ਼ਨ ਲਗਾਉਣੀ ਪਏਗੀ। ਸੋ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਸਾਨੂੰ ਸੁਣ ਰਹੇ ਨੇ ਜਿਨ੍ਹਾਂ ਦਾ 2022 ਦੇ ਵਿੱਚ ਐਕਸਪਾਇਰ ਹੋਇਆ, do not submit your application without restoration, ਉਹ restoration ਦੇ ਨਾਲ ਤੁਹਾਡੀ ਐਪਲੀਕੇਸ਼ਨ ਜਾਣੀ ਚਾਹੀਦੀ ਹੈ। ਐਂਡ 18 ਮਹੀਨਿਆਂ ਦਾ ਤੁਹਾਨੂੰ ਸਾਰਿਆਂ ਨੂੰ ਇੱਕ ਬੜਾ ਵੱਡਾ ਐਡਵਾਂਟੇਜ ਮਿਲ ਰਿਹਾ ਹੈਗਾ। ਸੋ ਮੇਕ ਸ਼ੋਰ ਕਿ ਹੁਣ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਤੁਹਾਡੀ ਕਿਸ ਤਰ੍ਹਾਂ ਹੋਏਗੀ, ਕਿਹੜੇ ਪ੍ਰੋਵਿੰਸ ਦੇ ਵਿੱਚ ਹੋਏਗੀ, ਉਹਦੇ ਤੇ ਫੋਕਸ ਜ਼ਰੂਰ ਕਰ ਲਓ। ਖਾਸ ਕਰ ਜਿਹੜੇ ਗ੍ਰੇਡ 12 ਕਰਕੇ ਸਟੂਡੈਂਟਸ ਆਏ ਹੋਏ ਨੇ, ਇੰਟਰਨੈਸ਼ਨਲ ਸਟੂਡੈਂਟਸ ਆਏ ਹੋਏ ਨੇ, ਦੇ ਸ਼ੁੱਡ ਬੀ ਮੋਰ ਫੋਕਸਡ ਕਿ ਭਾਈ। ਐਂਡ ਇੱਕ ਚੀਜ਼ ਮੈਂ ਹੋਰ ਤਰ੍ਹਾਂ ਕਰਾਂਗਾ, ਮੇਰੇ ਕੋਲ ਕੁਝ ਬੱਚੇ ਆਉਂਦੇ ਨੇ ਕਿ ਸਰ ਅਸੀਂ ਤੇ ਇੰਨੀ ਵੱਡੀ ਜੌਬ ਕਰਦੇ ਪਏ ਹਾਂ, ਸਾਨੂੰ ਇੰਨਾ ਵੱਡਾ ਪੈਕੇਜ ਹੈਗਾ, ਸਾਨੂੰ ਅਸੀਂ ਉੱਥੇ ਜਾ ਕੇ ਕਿਉਂ ਬਾਹਰ ਜਾਈਏ? ਤੁਹਾਡੀ ਜੌਬ ਤਾਂ ਤੱਕ ਹੈਗੀ ਹੈ ਜਦ ਤੱਕ ਤੁਹਾਡੇ ਕੋਲ ਸਟੇਟਸ ਹੈਗਾ ਕੈਨੇਡਾ ਦੇ ਵਿੱਚ। ਸੋ ਜੇ ਤੁਸੀਂ ਓਪਨ ਵਰਕ ਪਰਮਿਟ ਤੇ ਹੈਗੇ ਹੋ, ਪੋਸਟ ਗ੍ਰੈਡ ਵਰਕ ਪਰਮਿਟ ਤੇ ਹੋ, ਤਾਂ ਹੀ ਤੱਕ ਹੀ ਜੌਬ ਹੈਗੀ ਹੈ। ਜੇ ਪੀਆਰ ਨਹੀਂ ਹੋਏਗੀ ਤੇ ਦੇ ਵਿਲ ਨਾਟ ਕੀਪ ਯੂ ਔਨ ਬੋਰਡ। ਸੋ ਤੁਹਾਨੂੰ ਕੰਟਰੀ ਛੱਡ ਕੇ ਜਾਣਾ ਪਏਗਾ ਜਾਂ ਉਸ ਟਾਈਮ ਤੇ ਕੋਈ ਹੋਰ ਆਪਸ਼ਨ ਲੱਭਣੀ ਪਏਗੀ। ਸੋ ਉਸ ਤੋਂ ਚੰਗਾ ਪਹਿਲੇ ਪੀਆਰ ਤੇ ਫੋਕਸ ਰੱਖੋ। ਜੌਬ ਦੇ ਉੱਤੇ ਕਿੰਨੇ ਪੈਸੇ ਬਣ ਰਹੇ ਨੇ ਉਹਦੇ ਤੇ ਫੋਕਸ ਨਹੀਂ ਹੋਣਾ ਚਾਹੀਦਾ ਤੁਹਾਡਾ ਜਦ ਤੱਕ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਹੋ ਜਾਂਦੀ। ਜਦੋਂ ਕਿਹਾ ਜਾਂਦਾ ਕਿ 1 ਸਾਲ ਦਾ ਐਕਸਪੀਰੀਅੰਸ ਹੋ ਗਿਆ ਤਾਂ ਉਸ ਤੋਂ ਬਾਅਦ ਕਈ ਵਾਰੀ ਬੱਚੇ ਇਹ ਸੋਚਦੇ ਕਿ ਸਾਲ ਮਤਲਬ ਕਿ ਇਦਾਂ ਕਾਊਂਟ ਕਰਦੇ ਆ ਕਿ ਨਵੰਬਰ 2016 ਚ ਲੱਗਿਆ ਸੀ, ਨਵੰਬਰ 2017 ਤੱਕ ਦਾ ਮੇਰਾ ਸਾਲ ਬਣਦਾ ਆ। ਸੋ ਕਿਸ ਤਰੀਕੇ ਨਾਲ ਇਸ ਨੂੰ ਕਾਊਂਟ ਕੀਤਾ ਜਾਏ, ਕਿਉਂਕਿ ਕਈ ਵਾਰੀ ਇਹ ਸੋਚਦੇ ਕਿ 1 ਸਾਲ ਦਾ ਐਕਸਪੀਰੀਅੰਸ ਇੱਥੋਂ ਕਾਊਂਟ ਕਰ ਲਿਆ ਤੇ ਹੁਣ ਮੈਂ ਕਿਤੇ ਹੋਰ ਆਪਣੀ ਜੌਬ ਚੇਂਜ ਕਰ ਸਕਦਾ ਹਾਂ। ਬਿਲਕੁਲ ਠੀਕ ਕਹਿੰਦੇ ਤਰਨ ਜੀ, ਜਦੋਂ ਵੀ ਐਕਸਪੀਰੀਅੰਸ ਕਾਊਂਟ ਕਰਦੇ ਆ 2 ਚੀਜ਼ਾਂ ਦੇਖਣੀਆਂ ਹੁੰਦੀਆਂ। ਇੱਕ ਤਾਂ ਤੁਹਾਡਾ ਡਿਊਰੇਸ਼ਨ 1 ਸਾਲ ਹੋਣਾ ਚਾਹੀਦਾ ਹੈ, ਦੂਸਰਾ ਹਰ ਵੀਕ ਦੇ ਵਿੱਚ ਉਸ ਈਅਰ ਦੇ ਹਰ ਵੀਕ ਦੇ ਵਿੱਚ ਘੱਟੋ ਘੱਟ 30 ਘੰਟੇ ਕੰਮ ਜ਼ਰੂਰ ਕੀਤਾ ਹੋਣਾ ਚਾਹੀਦਾ ਹੈ। ਜਿਸ ਵੀਕ ਦੇ ਵਿੱਚ ਤੁਸੀਂ 30 ਘੰਟੇ ਕੰਮ ਨਹੀਂ ਕੀਤਾ, ਸੋ ਬੇਸਿਕਲੀ ਤੁਹਾਨੂੰ 1 ਵੀਕ ਐਕਸਟਰਾ ਐਡ ਕਰਨਾ ਚਾਹੀਦਾ ਹੈਗਾ। ਸੋ ਦਿਸ ਇਜ਼ ਦਾ ਥੰਬ ਰੂਲ। ਸੋ ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ, ਮੇਕ ਸ਼ੋਰ ਕਿ ਤੁਸੀਂ
ਆਪਣੇ EMPLOYER ਨਾਲ ਸਿੰਸੈਰਿਟੀ ਐਂਡ ਓਨੈਸਟੀ ਨਾਲ ਕੰਮ ਕਰੋ। ਐਂਡ ਤਰਨ ਜੀ ਤੁਸੀਂ 1 ਸਾਲ ਦੇ ਬਾਅਦ ਤੇ ਪੁਆਇੰਟਸ ਤੁਸੀਂ ਐਲੀਜੀਬਿਲਟੀ ਲੱਗ ਜਾਂਦੀ ਹੈ, ਤੁਹਾਡੀ ਐਪਲੀਕੇਸ਼ਨ ਪ੍ਰੋਫਾਈਲ ਕ੍ਰੀਏਟ ਹੋ ਜਾਂਦਾ। ਪਰ ਜੇ 2 ਸਾਲ ਕੰਪਲੀਟ ਹੋਣਗੇ ਉਹਦੇ ਤੁਹਾਨੂੰ ਐਡਿਡ ਐਡਵਾਂਟੇਜ ਮਿਲੇਗਾ, ਉਹਦੇ ਵੀ 30 ਤੋਂ 35 ਪੁਆਇੰਟ ਤੁਹਾਨੂੰ ਹੋਰ ਐਡ ਹੋ ਜਾਣਗੇ ਤੁਹਾਡੇ ਪ੍ਰੋਫਾਈਲ ਦੇ ਵਿੱਚ। ਸੋ ਐਬਸੋਲੂਟਲੀ ਇਟ ਇਜ਼ ਵਰਥ ਸਟੇਇੰਗ ਵਿਦ ਦਾ ਸੇਮ EMPLOYER ਬਿਕੋਜ਼ ਤੁਹਾਡਾ ਇੱਕ ਰਿਲੇਸ਼ਨਸ਼ਿਪ ਬਣ ਚੁੱਕਾ ਹੁੰਦਾ ਹੈ EMPLOYER ਦੇ ਨਾਲ। ਦੂਜੀ ਚੀਜ਼ ਹੈਗੀ ਹੈ, ਤੁਸੀਂ EMPLOYER ਨਾਲ ਉਸ ਟਰਮਸ ਤੇ ਆ ਜਾਂਦੇ ਹੋ ਕਿ ਸਰ ਮੈਨੂੰ ਆ ਹੈਲਪ ਚਾਹੀਦੀ ਹੈ ਤੁਹਾਡੀ, ਲਾਈਕ ਹੱਕ ਦੇ ਨਾਲ ਤੁਸੀਂ ਕਹਿਣ ਦੀ ਤੁਹਾਡੀ ਉਹ ਤੁਹਾਡੀ ਚੀਜ਼ ਆ ਜਾਂਦੀ ਹੈਗੀ ਹੈ। ਨਵੇਂ EMPLOYER ਨਾਲ ਤੁਸੀਂ ਫਿਰ ਸਕ੍ਰੈਚ ਤੋਂ ਸ਼ੁਰੂ ਕਰ ਰਹੇ ਹੋ ਰਿਲੇਸ਼ਨਸ਼ਿਪ, ਔਨਸੈਟ ਆਫ ਅ ਰਿਲੇਸ਼ਨਸ਼ਿਪ ਹੈਗਾ, ਉਹ ਕਦੋਂ ਤੱਕ ਉਸ ਸਟੇਜ ਤੇ ਪਹੁੰਚੇਗੀ ਉਹ ਟਾਈਮ ਵਿਲ ਟੈਲ। ਸੋ ਜਿਹੜੀ ਚੀਜ਼ ਹੱਥ ਦੇ ਵਿੱਚ ਹੁੰਦੀ ਹੈ ਇਟ ਇਜ਼ ਆਲਵੇਜ਼ ਬੈਟਰ ਦੈਨ ਟੂ ਇਨ ਦਾ ਬੁਸ਼। ਬਿਲਕੁਲ ਸਰ, ਜਿਵੇਂ ਤੁਸੀਂ ਇਹਦੇ ਬਾਰੇ ਗੱਲ ਕੀਤੀ, ਹੁਣ ਕਈ ਸਟੂਡੈਂਟਸ ਇਹੋ ਜਿਹੇ ਨੇ ਜਿਹੜੇ ਨਵੇਂ ਆਏ ਨੇ ਇਸ ਵਕਤ ਆ ਕੇ ਕਾਲਜਿਸ ਦਾ, ਜਿਵੇਂ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਕਿ ਪਤਾ ਲੱਗਦਾ ਹੈ ਕਿ ਕਾਲਜਿਸ ਦੇ ਵਿੱਚ ਇਸ ਵਕਤ ਐਡਮਿਸ਼ਨ ਨਹੀਂ ਮਿਲਦੀ ਜਾਂ ਕੁਝ ਚੀਜ਼ਾਂ ਦੇ ਚੱਲਦਿਆਂ ਨੂੰ ਪਤਾ ਲੱਗਦਾ ਹੈ ਕਿ ਇੱਥੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲ ਪਾ ਰਿਹਾ, ਕਾਲਜ ਚੇਂਜ ਕਰਨਾ ਚਾਹੁੰਦੀ ਹੈ ਤਾਂ ਉਹਦਾ ਕੀ ਸਿਸਟਮ ਹੋਏਗਾ? ਤਰਨ ਜੀ ਬਿਲਕੁਲ, ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਇੰਡੀਆ ਤੋਂ ਕਈ ਵਾਰੀ ਪ੍ਰਾਈਵੇਟ ਕਾਲਜ ਦੇ ਵਿੱਚ ਵੀ ਐਡਮਿਸ਼ਨ ਲੈ ਕੇ ਆ ਜਾਂਦੇ ਨੇ। ਹੁਣ ਜਦੋਂ ਇੱਥੇ ਆ ਜਾਂਦੇ ਨੇ ਤੇ ਉਹਨਾਂ ਨੂੰ ਸਮਝ ਆਉਂਦਾ 1 ਸਮੈਸਟਰ ਕਰ ਲਿਆ, 2 ਸਮੈਸਟਰ ਕਰ ਲਿਆ, ਮੇਰੀ PR ਤਾਂ ਹੋ ਹੀ ਨਹੀਂ ਰਹੀ। ਸੋ ਉਹਦਾ ਨੂੰ ਲੱਗਦਾ ਹੈ ਕਿ ਵੀ ਸ਼ੁੱਡ ਬੀ ਲੁਕਿੰਗ ਫॉर ਅ ਕਮਿਊਨਿਟੀ ਕਾਲਜ। ਸੋ ਕਮਿਊਨਿਟੀ ਕਾਲਜ ਦੇ ਵਿੱਚ ਹੁਣ ਜੇ ਮਈ ਦੇ ਵਿੱਚ ਆਏ ਹੋ, ਮਈ ਦੇ ਵਿੱਚ ਹੀ ਐਡਮਿਸ਼ਨ ਚਾਹੀਦੀ ਹੈ। ਜਿਹੜਾ ਕਾਲਜ ਤੇ ਐਡਮਿਸ਼ਨ ਲੈ ਕੇ ਆਇਓ ਗ੍ਰੇਟ, ਤੁਹਾਨੂੰ ਉੱਥੇ ਹੀ ਰਹਿਣਾ ਚਾਹੀਦਾ ਟੈਕਨੀਕਲੀ। ਜੇ ਤੁਸੀਂ ਕਾਲਜ ਚੇਂਜ ਕਰਨਾ ਚਾਹੁੰਦੇ ਹੋ ਤੇ ਹੋ ਸਕਦਾ ਅਗਲੇ ਕਾਲਜ ਕੋਲ ਸੀਟ ਹੀ ਨਾ ਹੋਵੇ, ਬਟ ਟੈਕਨੀਕਲੀ ਕਈ ਵਾਰੀ ਕੁਝ ਕੰਸਲਟੈਂਟਸ ਦੇ ਕੋਲ, ਕੁਝ ਏਜੰਸੀ ਹੋਲਡਰਸ ਦੇ ਕੋਲ ਇਹੋ ਜਿਹੀ ਐਕਸੈਸ ਹੁੰਦੀ ਹੈ ਕਿ ਉਹ ਤੁਹਾਨੂੰ ਉਸੇ ਸਮੈਸਟਰ ਦੀ ਵੀ ਸੀਟ ਦੇ ਵਿੱਚ ਹੈਲਪ ਕਰ ਸਕਦੇ ਨੇ। ਸੋ ਅੱਜ ਦੀ ਤਰੀਕ ਦੇ ਵਿੱਚ ਜਿੰਨੇ ਵੀ ਦੋਸਤ ਬੱਚੇ ਓਨਟਾਰੀਓ ਦੇ ਵਿੱਚ, ਤੁਹਾਨੂੰ ਟੋਰਾਂਟੋ ਦੇ ਵਿੱਚ ਤੁਹਾਨੂੰ ਮਈ ਦੀ ਐਡਮਿਸ਼ਨਸ ਚਾਹੀਦੀਆਂ, ਅੱਜ ਅਪ੍ਰੈਲ ਦੀ 12 ਤਰੀਕ ਹੋ ਚੁੱਕੀ ਹੈ। ਜੇ ਤੁਹਾਨੂੰ ਐਡਮਿਸ਼ਨ ਚਾਹੀਦੀਆਂ ਤੇ ਆਪਣੀ ਸਾਰੀ ਡਿਟੇਲ ਸਾਡੇ ਨਾਲ ਸ਼ੇਅਰ ਕਰ ਦਿਓ। ਵੀ ਮਾਈਟ ਬੀ ਇਨ ਅ ਪੋਜੀਸ਼ਨ ਟੂ ਹੈਲਪ ਯੂ ਆਊਟ। ਸੋ ਉਹਦੇ ਵਾਸਤੇ ਜਾਂ ਤੁਹਾਡੇ ਕੋਲ ਸੈਕਿੰਡ ਆਪਸ਼ਨ ਹੈਗੀ ਕਿ ਤੁਸੀਂ ਆਪ ਖੁਦ ਜਾ ਕੇ ਉਸ ਕਾਲਜ ਜਿਹਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ, ਜਿਹੜੇ ਕੋਰਸ ਦੇ ਵਿੱਚ ਲੈਣਾ ਚਾਹੁੰਦੇ ਹੈਗੇ ਹੋ, ਬਿਕੋਜ਼ ਫਸਟ ਵੀਕ ਆਫ ਮਈ ਦੇ ਵਿੱਚ ਕੀ ਹੋਏਗਾ ਕਿ ਜਿਹੜੇ ਸਟੂਡੈਂਟਸ ਸਪੋਜ਼ 100 ਆਫਰ ਲੈਟਰਸ ਦਿੱਤੀਆਂ ਹੋਈਆਂ, ਹੁਣ 100 ਨੂੰ ਤਾਂ ਵੀਜ਼ਾ ਲੱਗ ਨਹੀਂ ਗਿਆ ਇੱਕ ਕੋਰਸ ਤੇ, ਉਹਦੇ ਵਿੱਚ ਸਪੋਜ਼ 80 ਨੂੰ ਲੱਗਿਆ ਜਾਂ 90 ਨੂੰ ਲੱਗ ਗਿਆ, 95 ਨੂੰ ਲੱਗ ਗਿਆ। ਸੋ 5-10 ਸੀਟਾਂ ਉਸ ਕਾਲਜ ਦੇ ਕੋਲ ਉਸ ਕੋਰਸ ਦੀਆਂ ਵੇਕੈਂਟ ਪਈਆਂ ਹੈਗੀਆਂ। ਸੋ ਉਹ ਸੀਟ ਤੁਹਾਨੂੰ ਮਿਲ ਸਕਦੀ ਹੈਗੀ ਹੈ। ਸੋ ਜੇ ਕਾਲਜ ਚੇਂਜ ਕਰਨਾ ਚਾਹੁੰਦੇ ਹੋ, ਕੋਰਸ ਚੇਂਜ ਕਰਨਾ ਚਾਹੁੰਦੇ ਹੋ ਤੇ ICC ਨਾਲ ਕੰਟੈਕਟ ਕਰ ਸਕਦੇ ਹੋ ਐਂਡ ਵੀ ਕੈਨ ਅਸਿਸਟ ਯੂ ਇਨ ਗੈਟਿੰਗ ਦੋਜ਼ ਥਿੰਗਸ ਡਨ ਫॉर ਯੂ। ਕੁਝ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਨੇ ਪੈਂਡੈਮਿਕ ਦੇ ਦੌਰਾਨ ਜਾਂ ਕਿਸੇ ਹੋਰ ਹਾਲਾਤਾਂ ਦੇ ਕਰਕੇ ਆਊਟ ਆਫ ਸਟੇਟਸ ਹੋ ਚੁੱਕੇ ਨੇ, ਸੋ ਉਹਨਾਂ ਨੂੰ ਆਊਟ ਆਫ ਸਟੇਟਸ ਤੋਂ ਮੁੜ ਤੋਂ ਵਾਪਸ ਟਰੈਕ ਲਿਆਉਣ ਦਾ ਕੀ ਕੋਈ ਸਿਸਟਮ ਹੋ ਸਕਦਾ ਆ? ਬਿਲਕੁਲ ਦਰਨ, ਨਾ ਕਿ ਇਕੱਲਾ ਪੈਂਡੈਮਿਕ ਕਰਕੇ, ਬਟ ਉਦੋਂ ਵੀ ਕਈ ਵਾਰੀ ਹੁੰਦਾ ਹੈ ਕਿ ਬੱਚਾ ਕੋਈ ਕਿਸੇ ਸਬਜੈਕਟ ਦੇ ਵਿੱਚ ਕੋਈ ਉਹਨਾਂ ਦਾ ਸਬਜੈਕਟ ਰਹਿ ਗਿਆ। ਇੱਕ ਸਮੈਸਟਰ ਦੇ ਵਿੱਚ ਉਹਨਾਂ ਕੋਲ 5 ਸਬਜੈਕਟ ਸੀਗੇ ਜਾਂ 6 ਸਬਜੈਕਟ ਸੀਗੇ ਤਾਂ ਇੱਕ ਰਹਿ ਗਿਆ। ਸੋ ਅਗਲੇ ਸਮੈਸਟਰ ਦੇ ਵਿੱਚ ਉਹਨਾਂ ਕੋਲ 5+1 ਹੋ ਗਏ, 6 ਸਬਜੈਕਟਸ ਹੋ ਗਏ। ਹੁਣ ਉਹਦੇ ਵਿੱਚੋਂ ਵੀ ਇੱਕ ਰਹਿ ਗਿਆ, 2 ਉਹ ਕਈ ਵਾਰੀ ਐਡ ਹੁੰਦੇ ਇਸ ਸਟੇਜ ਦੇ ਵਿੱਚ ਆ ਜਾਂਦਾ ਹੈ ਕਿ ਉਹ ਕਹਿੰਦਾ ਕਿ ਮੈਂ ਪੜ੍ਹਾਈ ਨਹੀਂ ਕਰਨੀ, ਬੱਚਾ ਕਹਿੰਦਾ। ਤੇ ਜਾਂ ਫਿਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਤਰਨ ਜੀ ਕਿ ਤੁਸੀਂ ਜਦੋਂ ਪਹਿਲੇ ਸਮੈਸਟਰ ਦੇ ਵਿੱਚ 6 ਕੋਰਸ ਆ, ਦੂਜੇ ਵਿੱਚ 6 ਆ, ਪਿਛਲੇ 2 ਰਹਿ ਗਏ ਤੇ ਅਗਲੇ ਸਮੈਸਟਰ ਤੁਹਾਡਾ ਡ੍ਰੌਪ ਹੈਗਾ, ਤੁਸੀਂ ਡ੍ਰੌਪ ਦੇ ਵਿੱਚ ਇੱਕ ਕੋਰਸ ਲੈ ਲਿਆ ਤੇ ਉਹ ਤੁਸੀਂ ਪਾਰਟ ਟਾਈਮ ਸਟੂਡੈਂਟ ਹੋ ਗਏ। ਪਾਰਟ ਟਾਈਮ ਨਹੀਂ ਹੋਣਾ ਜਦੋਂ ਵੀ ਹੋਣਾ ਹੈ, ਪਾਰਟ ਟਾਈਮ ਜਦੋਂ ਵੀ ਹੋਗੇ ਤੇ ਪੋਸਟ ਗ੍ਰੈਡ ਵਰਕ ਪਰਮਿਟ ਦੇ ਵਿੱਚ ਤੁਹਾਨੂੰ ਇਸ਼ੂ ਤੇ ਚੈਲੰਜ ਆ ਸਕਦੇ ਨੇ। ਸੋ ਮੈਂ ਬੱਚਿਆਂ ਨੂੰ ਕਹਿਣਾ ਕਿ ਆਪਣੇ ਕਾਲਜ ਦੇ ਵਿੱਚ ਆਪਣੇ ਕੰਸਲਟੈਂਟਸ ਨਾਲ ਬੈਠ ਕੇ, ਆਪਣੇ ਕਾਉਂਸਲਰਸ ਨਾਲ ਬੈਠ ਕੇ ਡਿਸਕਸ ਕਰੋ ਕਿ ਤੁਹਾਨੂੰ ਇਹਦਾ ਜਿਹੜੀ ਚੀਜ਼ ਕਰਨ ਜਾ ਰਹੇ ਹੋ ਇਹਦੇ ਰੈਪਰਕਸ਼ਨ ਕੀ ਹੋਣ ਵਾਲੇ ਨੇ, ਇਹਦੇ ਇਫੈਕਟਸ ਤੇ ਸਾਈਡ ਇਫੈਕਟਸ ਕੀ ਹੋਣ ਵਾਲੇ ਨੇ। ਸੋ ਉਹਦੇ ਤੇ ਜ਼ਰੂਰ ਫੋਕਸ ਰੱਖਣਾ ਚਾਹੀਦਾ ਸਟੂਡੈਂਟਸ ਨੂੰ। ਐਂਡ ਜਿਹੜਾ ਵੀ ਕੋਈ ਸਟੂਡੈਂਟ ਇਹੋ ਜਿਹਾ ਹੈਗਾ ਕਿ ਸਟੇਟਸ ਤੋਂ ਬਾਹਰ ਹੋ ਗਿਆ ਜਾਂ ਸਟੇਟਸ ਤੋਂ ਬਾਹਰ ਹੋਣ ਜਾ ਰਿਹਾ ਜਾਂ ਪੜ੍ਹਾਈ ਕੰਪਲੀਟ ਨਹੀਂ ਕਰ ਸਕਿਆ ਤੇ ਡ੍ਰੌਪ ਕਰ ਗਿਆ ਵਿੱਚ, ਜੇ ਅੱਜ ਵੀ ਸਟੇਟਸ ਹੈਗਾ ਆ ਤੇ ਆਪਸ਼ਨਸ ਹੋਰ ਵੀ ਐਗਜ਼ਿਸਟ ਕਰਦੀਆਂ। ਉਹ LMIA ਲੈ ਕੇ ਵਰਕ ਪਰਮਿਟ ਤੇ ਜਾ ਸਕਦੇ ਨੇ ਜੇ ਉਹਨਾਂ ਕੋਲ ਕੋਈ EMPLOYER, ਬਿਕੋਜ਼ ਜਦੋਂ ਵੀ ਅੱਜ ਦੀ ਤਰੀਕ ਦੇ ਵਿੱਚ ਹਰ ਸਟੂਡੈਂਟ ਕੰਮ ਕਰ ਰਿਹਾ, 40 ਘੰਟੇ ਕੰਮ ਕਰਨ ਦੀ ਆਥੋਰਾਈਜੇਸ਼ਨ ਹਰ ਬੱਚੇ ਦੇ ਕੋਲ ਹੈਗੀ। ਸੋ ਤੁਹਾਡੇ ਕੋਲ ਪ੍ਰੂਫ ਕਰਨ ਵਾਸਤੇ ਐਕਸਪੀਰੀਅੰਸ ਵੀ ਹੈਗਾ ਆ ਕਿ LMIA ਦੇ ਉੱਤੇ ਜਾਣ ਵਾਸਤੇ, ਐਂਡ ਉਹ ਵੀ ਤੁਹਾਨੂੰ ਹੈਲਪਫੁਲ ਹੋ ਸਕਦਾ। ਬਟ ਉਹ ਵੀ LMIA ਤਾਂ ਲਿਆ ਜੇ ਜਦੋਂ ਤੁਹਾਨੂੰ ਲੱਗਦਾ ਪਿਆ ਕਿ ਉਸ ਪ੍ਰੋਵਿੰਸ ਦੇ ਵਿੱਚ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਹੋ ਰਹੀ ਹੈ। ਜੇ ਰੈਜ਼ੀਡੈਂਸੀ ਨਹੀਂ ਹੋ ਸਕਦੀ ਤੇ ਲੁੱਕ ਫॉर ਅਦਰ ਆਪਸ਼ਨਸ। ਐਂਡ ਜੇ ਕੋਈ ਹੋਰ ਚੀਜ਼ ਹੈਗੀ ਤੇ ਉਹ ਵੀ ਤੁਸੀਂ ਆਪਣੇ ਸਰਕਮਸਟੈਂਸਸ ਆਪਣੇ ਕੰਸਲਟੈਂਟ ਜਾਂ ਲਾਇਰ ਨਾਲ ਜਾ ਕੇ ਡਿਸਕਸ ਕਰੋ ਤਾਂ ਕਿ ਉਹ ਤੁਹਾਨੂੰ ਤੁਹਾਡੇ ਹਾਲਾਤਾਂ ਨੂੰ ਦੇਖਦਿਆਂ, ਤੁਹਾਡੇ ਸਰਕਮਸਟੈਂਸਸ ਨੂੰ ਦੇਖਦਿਆਂ ਹੋਇਆ ਤੁਹਾਨੂੰ ਸੁਜੈਸਟ ਕਰ ਸਕੇ ਕਿ ਬੈਸਟ ਚੀਜ਼ ਤੁਹਾਡੇ ਵਾਸਤੇ ਕਿਹੜੀ ਹੋ ਸਕਦੀ ਹੈ। ਜਿਵੇਂ ਤੁਸੀਂ ਗੱਲ ਕੀਤੀ, ਸਾਨੂੰ ਇੱਕ ਦਰਸ਼ਕ ਇਸ ਵਕਤ ਟੈਕਸਟ ਕਰ ਰਹੇ ਨੇ ਸਾਨੂੰ ਸੋਸ਼ਲ ਮੀਡੀਆ ਉੱਤੇ। ਕੋਸ਼ਿਸ਼ ਕਰੋ ਕਿ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਪ੍ਰੋਗਰਾਮ 'ਚ ਜ਼ਿਆਦਾ ਬੈਟਰ ਜਾਣਕਾਰੀ ਲੈਣ ਲਈ
ਕੇਅਰਗਿਵਰ ਦੀ ਇਹਨਾਂ ਨੇ ਫਾਈਲ ਲਗਾਈ ਸੀ 2021 ਫਰਵਰੀ ਵਿੱਚ ਤੇ ਕਹਿੰਦੇ ਨੇ ਮਾਰਚ 2023 ਵਿੱਚ ਇਹਨਾਂ ਦਾ ਮੈਡੀਕਲ ਆਇਆ। ਅੱਗੇ ਕਿੰਨਾ ਸਮਾਂ ਲੱਗ ਸਕਦਾ ਆ? ਹਾਲੇ 19 ਤੇ 20 ਦੀਆਂ ਫਾਈਲਸ ਪ੍ਰੋਸੈਸ ਹੋ ਰਹੀਆਂ, 21 ਦੀਆਂ ਵਿੱਚ ਕੁਝ ਪਾਇਲਟ ਦੇ ਵਿੱਚ ਪਿਕ ਹੋ ਰਹੀਆਂ ਜੀ, ਤੇ ਇਟ ਮਾਈਟ ਟੇਕ 6-8 ਮੰਥਸ ਸਟਿਲ, ਮੇਬੀ ਮੋਰ। ਜੀ, ਤੇ ਆਪਾਂ ਵਾਪਸ ਆਪਣੇ ਟੌਪਿਕ ਦੇ ਉੱਤੇ ਆਈਏ। ਜਿਵੇਂ ਤੁਸੀਂ ਗੱਲ ਕਰ ਰਹੇ ਸੀ, ਆਪਾਂ ਸਟੂਡੈਂਟਸ ਦੇ ਬਾਰੇ ਤਾਂ ਗੱਲ ਕਰ ਹੀ ਰਹੇ ਸੀ। ਕਹਿੰਦੇ ਇਸ ਵਾਰੀ ਹੁਣ 2023 ਦੇ ਵਿੱਚ ਜਿਹੜੇ ਸਪਾਊਸਲ ਐਪਲੀਕੇਸ਼ਨਸ ਹੈਗੀਆਂ ਨੇ ਉਹਨਾਂ ਨੂੰ ਵੀ ਡਬਲ ਕਰ ਰਹੇ ਨੇ ਜਾਂ ਜ਼ਿਆਦਾ ਇਸ ਵਕਤ ਪ੍ਰੋਸੈਸ ਤੇਜ਼ ਹੋ ਰਿਹਾ ਵਾ? ਪ੍ਰੋਸੈਸ ਤੇਜ਼ ਹੋ ਰਿਹਾ ਤਰਨ ਜੀ, ਤੇ ਕਾਫੀ ਬਿਕੋਜ਼ ਪਹਿਲੇ 18 ਮਹੀਨੇ ਤੁਹਾਨੂੰ ਪਤਾ 24 ਮਹੀਨੇ ਵੀ ਚਲਾ ਗਿਆ ਸੀ ਪ੍ਰੋਸੈਸਿੰਗ ਟਾਈਮ ਕੋਵਿਡ ਦੇ ਬਾਅਦ ਇਮੀਡੀਏਟਲੀ। ਸੋ ਹੁਣ ਟਾਈਮ ਘਟ ਰਿਹਾ ਹੈਗਾ। ਸੋ ਪ੍ਰੋਸੈਸਿੰਗ ਟਾਈਮ ਅਰਾਊਂਡ 1 ਈਅਰ ਆ ਚੁੱਕਾ ਹੈਗਾ। ਸੋ ਹੋਪਫੁਲੀ ਅੱਗੇ ਹੋਰ ਐਪਲੀਕੇਸ਼ਨਸ, ਬਿਕੋਜ਼ ਤਰਨ ਇੱਕ ਹੋਰ ਤੁਹਾਨੂੰ ਯਾਦ ਹੋਏਗਾ ਇੱਕ CBC ਆਰਟੀਕਲ ਆਇਆ ਸੀਗਾ ਜਿਹਨੇ ਹਾਈਲਾਈਟ ਕੀਤਾ ਸੀਗਾ ਕਿ ਇੰਨੀਆਂ ਫਾਈਲਸ ਇੱਕ ਆਫੀਸਰ ਦੇ ਕੋਲ ਪਈਆਂ ਸੀਗੀਆਂ, ਉਹ ਪਈਆਂ ਰਹਿ ਗਈਆਂ। ਉਹਦੇ ਉੱਤੇ ਵੀ ਇੱਕ ਅਪਡੇਟ ਆਈ ਹੈਗੀ ਹੈ। CBC ਨੇ ਕੁਝ ਈਮੇਲਸ ਇਹੋ ਜਿਹੀਆਂ ਅਨਕਵਰ ਕੀਤੀਆਂ, ਇਹੋ ਜਿਹੀਆਂ ਟਰੇਸ ਕੀਤੀਆਂ ਹੈਗੀਆਂ ਜਿਹਦੇ ਵਿੱਚ ਉਸ ਇਨਵੈਸਟੀਗੇਸ਼ਨ ਤੋਂ ਬਾਅਦ IRCC ਦੇ ਆਪਸ ਦੇ ਵਿੱਚ ਡਾਇਰੈਕਟਰਸ ਨੇ, ਸੀਨੀਅਰ ਸਟੇਕ ਹੋਲਡਰਸ ਨੇ ਆਪਸ ਦੇ ਵਿੱਚ ਈਮੇਲਸ ਜਿਹੜੀਆਂ ਕੀਤੀਆਂ। ਸੋ ਉਹਨਾਂ ਨੇ ਦੇ ਮੇਡ ਸ਼ੋਰ ਕਿ ਵਿਦਿਨ ਮੰਥਸ ਉਹ ਬਾਅਦ ਵਾਲੀਆਂ ਐਪਲੀਕੇਸ਼ਨਸ ਪ੍ਰੋਸੈਸ ਹੋ ਜਾਣ। ਸੋ ਅੱਜ ਦੀ ਤਰੀਕ ਦੇ ਵਿੱਚ IRCC ਆਫੀਸ਼ੀਅਲਸ ਦਾ, ਮਿਨਿਸਟਰਸ ਦਾ ਇਹ ਐਂਡੇਵਰ ਹੈਗਾ ਕਿ ਜਿੰਨੀ ਜਲਦੀ ਫਾਈਲ ਪ੍ਰੋਸੈਸ ਹੋ ਸਕਦੀ ਹੈਗੀ ਹੈ ਉਨੀ ਜਲਦੀ ਹੋਣੀ ਚਾਹੀਦੀ ਹੈ। ਐਕਸਪ੍ਰੈਸ ਐਂਟਰੀ ਦੇ ਉੱਤੇ ਜਿਹੜੇ ਟਾਈਮ ਸਕੇਲਸ ਹੈਗੇ ਨੇ, ਟਾਈਮ ਲਾਈਨਸ ਹੈਗੀਆਂ, ਉਹ 6 ਮਹੀਨਿਆਂ ਦੀਆਂ ਹੈਗੀਆਂ। ਈਵਨ PNP ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਟਾਈਮ ਜ਼ਿਆਦਾ ਲੱਗ ਰਿਹਾ, ਉਹਦੀ ਵੀ ਟਾਈਮ ਲਾਈਨਸ ਜਿਹੜੀਆਂ ਹੈਗੀਆਂ 6 ਮੰਥਸ ਦੀਆਂ ਐਕਚੁਅਲ ਹੈਗੀਆਂ। ਸੋ ਆਉਣ ਵਾਲੇ ਮਹੀਨਿਆਂ ਦੇ ਵਿੱਚ ਵੀ ਵਿਲ ਸੀ ਕਿ ਟਾਈਮ ਲਾਈਨਸ ਜਿਹੜੀਆਂ ਹੈਗੀਆਂ ਬੜੀਆਂ ਹੀ ਸਟ੍ਰਿੰਜੈਂਟਲੀ ਫੋਲੋ ਹੋਣਗੀਆਂ ਐਂਡ ਉਸੇ ਟਾਈਮ ਦੇ ਵਿੱਚ ਐਪਲੀਕੇਸ਼ਨਸ ਪ੍ਰੋਸੈਸ ਹੋਣਗੀਆਂ, ਵਿਚ ਇਜ਼ ਅ ਗੁੱਡ ਥਿੰਗ। ਜੀ ਬਿਲਕੁਲ। ਤੇ ਸਰ ਇਹਦੇ ਨਾਲ ਥੋੜਾ ਜਿਹਾ ਨਿਊ ਬ੍ਰੰਸਵਿਕ ਦੀ ਵੀ ਗੱਲ ਕਰ ਲਈ। ਕਹਿੰਦੇ ਨਿਊ ਬ੍ਰੰਸਵਿਕ ਇੱਕ ਬਹੁਤ ਉੱਭਰਦਾ ਹੋਇਆ ਇਸ ਵਕਤ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਪ੍ਰੋਵਿੰਸ ਹੈਗਾ ਆ, ਜਿਹਦੇ ਵਿੱਚ ਓਪਰਚੁਨਿਟੀਜ਼ ਵੀ ਹੈਗੀਆਂ, ਤੇ ਇਸ ਵਾਰੀ ਕਿਹਾ ਜਾ ਰਿਹਾ ਕਿ 67% ਤੱਕ ਜੰਪ ਜਿਹੜਾ ਦੇਖਣ ਨੂੰ ਮਿਲ ਸਕਦਾ ਆ। ਤਰਨ ਜੀ, ਬੇਸਿਕਲੀ ਅਕ੍ਰੋਸ ਕੈਨੇਡਾ ਕੱਲਾ GTA ਨਹੀਂ ਹੈਗਾ, ਕੈਨੇਡਾ ਕੱਲਾ ਵੈਂਕੂਵਰ ਨਹੀਂ ਹੈਗਾ, ਕੱਲਾ ਕੈਨੇਡਾ ਕੱਲਾ ਕੈਲਗਰੀ ਜਾਂ ਐਡਮਿੰਟਨ ਨਹੀਂ ਹੈਗਾ। ਸੋ ਆ 4-5 ਸਿਟੀਜ਼ ਤੋਂ ਅਸੀਂ ਬਾਹਰ ਨਿਕਲੀਏ। ਕੈਨੇਡਾ ਇਜ਼ ਅ ਬਿਊਟੀਫੁਲ ਕੰਟਰੀ। ਐਟਲਾਂਟਿਕ ਪ੍ਰੋਵਿੰਸਸ, ਅਸੀਂ ਪ੍ਰਿੰਸ ਐਡਵਰਡ ਆਈਲੈਂਡ ਦੀ ਗੱਲ ਕਰ ਲਈਏ, ਨੋਵਾ ਸਕੋਸ਼ੀਆ ਦੀ ਗੱਲ ਕਰ ਲਈਏ, ਨਿਊ ਬ੍ਰਾਂਸਵਿਕ ਦੀ ਗੱਲ ਕਰ ਲਈਏ, ਨਿਊ ਫਾਊਂਡਲੈਂਡ, ਲੈਬਰਾਡੋਰ ਦੀ ਗੱਲ ਕਰੀਏ, ਦੇ ਆਰ ਅਮੇਜ਼ਿੰਗ ਪ੍ਰੋਵਿੰਸਸ ਵਿਦ ਅਮੇਜ਼ਿੰਗ ਓਪਰਚੁਨਿਟੀਜ਼। ਆ ਜਿਹੜਾ 67% ਜੰਪ ਆਇਆ ਹੈਗਾ, ਬੇਸਿਕਲੀ ਉਹਨਾਂ ਦਾ PNP ਐਗਰੀਮੈਂਟ ਰਿਨਿਊ ਹੋਇਆ ਹੈਗਾ। ਸੋ ਉਹਦੇ ਜਿਹੜੇ ਨੰਬਰਸ ਹੈਗੇ ਨੇ ਉਹ 67, ਉਹਨਾਂ ਦਾ ਕੋਟਾ ਜਿਹੜਾ ਹੈਗਾ 67% ਵੱਧ ਗਿਆ ਹੈਗਾ। ਜਿਸ ਤਰ੍ਹਾਂ ਓਨਟਾਰੀਓ ਦਾ ਕੋਟਾ ਪਹਿਲੇ 9500 ਸੀਗਾ, ਇਸ ਸਾਲ ਦਾ 1650 ਹੋ ਗਿਆ, ਤੇ 2025 ਦਾ 18000 ਐਪਲੀਕੇਸ਼ਨਸ ਦਾ ਹੋ ਰਿਹਾ। ਸੋ ਇਸੇ ਤਰ੍ਹਾਂ ਹਰ ਪ੍ਰੋਵਿੰਸ ਦੇ ਐਗਰੀਮੈਂਟ ਨਵੇਂ ਸਾਈਨ ਹੋ ਰਹੇ ਨੇ, ਫੈਡਰਲ ਤੇ ਪ੍ਰੋਵਿੰਸ ਦੇ, ਜਿਹਦੇ ਕਰਕੇ 67% ਜੰਪ ਨਿਊ ਬ੍ਰਾਂਸਵਿਕ ਦੇ ਵਿੱਚ ਨਜ਼ਰ ਆ ਰਿਹਾ ਜੀ। ਤੇ ਸਰ IT ਸੈਕਟਰ ਬਾਰੇ ਵੀ ਥੋੜੀ ਜਿਹੀ ਗੱਲ ਕਰ ਲਈ, ਕਿਉਂਕਿ ਜਦੋਂ ਆਪਾਂ ਜੌਬਸ ਦੀ ਗੱਲ ਕਰਦੇ ਹਾਂ ਕਹਿੰਦੇ IT ਸੈਕਟਰ ਜਿਹਾ ਵਾ ਜਿੱਥੇ ਕਿ ਇੱਕ ਵੈਲ ਪੇਡ ਜੌਬਸ ਮਿਲਦੀਆਂ ਨੇ। ਕੈਨੇਡਾ ਦੀ ਗੱਲ ਕੀਤੀ ਜਾਵੇ, ਕਿਉਂਕਿ ਪਹਿਲਾਂ ਹੁੰਦਾ ਸੀਗਾ ਕਿ ਬਹੁਤ ਸਾਰੇ ਆਈਟੀਐਨਸ ਜਿਹੜੇ ਨੇ ਉਹ US ਦਾ ਰੁਖ ਕਰਦੇ ਸੀ, ਪਰ ਉੱਥੇ ਗ੍ਰੀਨ ਕਾਰਡ ਤੱਕ ਦਾ ਸਫ਼ਰ ਬਹੁਤ ਮੁਸ਼ਕਿਲ ਆ। ਬਹੁਤਿਆਂ ਨੇ ਕੈਨੇਡਾ ਨੂੰ ਆਪਣਾ ਇਸ ਵਕਤ ਘਰ ਬਣਾਇਆ। ਆਈਟੀਐਨਸ ਦਾ ਕੀ ਤੁਸੀਂ ਕਹਿ ਸਕਦੇ ਹੋ ਇਸ ਵਕਤ ਕਿ IT ਜਿਹੜੇ ਸੈਕਟਰ ਦੇ ਵਿੱਚ ਕੰਮ ਕਰਦੇ ਆ, ਕੀ ਸਕੋਪ ਹੋ ਸਕਦਾ ਜਾਂ ਕਿਵੇਂ ਉਹਨਾਂ ਦੇ ਕੋਲ ਇੱਥੇ ਓਪਰਚੁਨਿਟੀਜ਼ ਹੋ ਸਕਦੀਆਂ ਨੇ? ਬਿਲਕੁਲ ਸਰ, ਐਬਸੋਲੂਟਲੀ ਰਾਈਟ। ਜਿੰਨੇ ਵੀ ITs ਵਾਲੇ ਹੈਗੇ ਨੇ, ਸੌਫਟਵੇਅਰ ਪ੍ਰੋਫੈਸ਼ਨਲਸ ਹੈਗੇ ਨੇ, ਉਹਨਾਂ ਦਾ ਫੋਕਸ ਕੀ ਸੀਗਾ? ਸਿਲੀਕਨ ਵੈਲੀ ਡਿਵੈਲਪ ਹੀ ਇਸੇ ਪਰਪਸ ਵਾਸਤੇ ਕੀਤੀ ਗਈ ਸੀ ਕਿ ਹੱਬ ਬਣ ਗਿਆ ਸੀਗਾ IT ਪ੍ਰੋਫੈਸ਼ਨਲਸ ਦਾ, ਸੌਫਟਵੇਅਰ ਪ੍ਰੋਫੈਸ਼ਨਲਸ ਦਾ। ਐਂਡ ਅੱਜ ਦੀ ਤਰੀਕ ਦੇ ਵਿੱਚ ਯੂ ਆਰ ਐਬਸੋਲੂਟਲੀ ਰਾਈਟ ਕਿ ਉੱਥੇ ਜਿਹੜੇ ਚੈਲੰਜਸ ਹੈਗੇ ਨੇ ਗ੍ਰੀਨ ਕਾਰਡ ਤੇ PR ਤੱਕ ਪਹੁੰਚਣ ਵਾਸਤੇ ਜਾਂ ਸਿਟੀਜ਼ਨਸ਼ਿਪ ਤੱਕ ਪਹੁੰਚਣ ਵਾਸਤੇ, ਉਹ ਬਹੁਤ ਵੱਡੇ ਚੈਲੰਜਸ ਹੈਗੇ ਨੇ। ਐਂਡ ਉਹਨਾਂ ਦੀ ਉਮਰ ਨਿਕਲ ਜਾਂਦੀ ਹੈ ਤੇ ਉਹਨਾਂ ਦੇ ਕੋਲ ਗ੍ਰੀਨ ਕਾਰਡ ਨਹੀਂ ਹੋ ਪਾਉਂਦਾ। ਸੋ ਉਹਨਾਂ ਦਾ ਕੈਨੇਡਾ ਦੇ ਉੱਤੇ ਫੋਕਸ ਬਣ ਰਿਹਾ ਹੈਗਾ। ਆਪਾਂ ਗੱਲ ਕਰ ਲਈ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਰਮਨਦੀਪ ਜੀ। ਤੇ ਹਾਂਜੀ ਮੈਂ ਪੁੱਛਣਾ ਸੀਗਾ, ਸਾਡੇ ਨਾ ਅਸੀਂ BC PNP ਦੇ ਵਿੱਚ ਜਿੱਦਾਂ ਅਪਲਾਈ ਕੀਤਾ ਸੀ, ਤੇ ਸਾਡੀ 2 ਮਾਰਚ ਨੂੰ ਇੰਟਰਵਿਊ ਸੀਗੀ ਸਾਡੀ, ਤੇ ਉਹਨਾਂ ਨੇ ਹਜੇ ਤੱਕ ਵੀ ਸਾਨੂੰ ਕੋਈ ਨਾ ਪੇਪਰ ਮੰਗਿਆ ਨਾ ਕੁਛ, ਤਾਂ ਉਹ ਪੁੱਛਣਾ ਸੀਗਾ ਜੀ। ਤਾਂ ਤੁਸੀਂ ਕੀ ਪੁੱਛਣਾ? ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਹੈ ਜੀ। ਸਰ that is okay ji, 8 to 12 weeks is okay, a normal processing time ਹੈਗਾ ਆ, and hopefully if they need something they will ask for it ਜੀ। ਤੇ ਆਪਾਂ ਵਾਪਸ ਗੱਲ ਕਰੀਏ, ਆਪਾਂ IT ਦੇ ਸੈਕਟਰ ਦੇ ਬਾਰੇ ਗੱਲ ਕਰ ਰਹੇ ਸੀਗੇ। ਬਿਲਕੁਲ ਤਰਨ ਜੀ, ਤੇ IT ਦੇ ਉੱਤੇ ਫੋਕਸ ਇਸ ਟਾਈਮ ਤੇ
ਐਕਸਪ੍ਰੈਸ ਐਂਟਰੀ ਵਾਈਜ਼ ਕੈਨੇਡਾ ਦਾ ਵੀ ਬਣਿਆ ਹੋਇਆ ਹੈ ਤੇ ਪ੍ਰੋਵਿੰਸ਼ੀਅਲੀ ਵੀ ਅਸੀਂ ਗੱਲ ਕਰੀਏ ਤੇ ਆਈਟੀਜ਼ ਜਿੰਨੇ ਵੀ ਓਨਟਾਰੀਓ ਦੇ ਡਰਾਜ਼ ਨੇ ਉਹਦੇ ਵਿੱਚ ਕਾਫੀ ਸਾਰੇ ਡਰਾਜ਼ ਆਈਟੀ ਸਪੈਸਿਫਿਕ, ਸੌਫਟਵੇਅਰ ਸਪੈਸਿਫਿਕ, ਡਾਟਾ ਐਂਟਰੀ, ਡਾਟਾ ਸਾਇੰਟਿਸਟ ਸਪੈਸਿਫਿਕ ਇਹੋ ਜਿਹੇ ਡਰਾਜ਼ ਸੀਗੇ। ਸੋ ਆਈਟੀ ਜਿਹੜੇ ਆਈਟੀ ਪ੍ਰੋਫੈਸ਼ਨਲ ਜਾਂ ਸੌਫਟਵੇਅਰ ਪ੍ਰੋਫੈਸ਼ਨਲ ਹੈਗੇ ਨੇ ਓਨਟਾਰੀਓ ਦੇ ਵਿੱਚ ਉਹਨਾਂ ਵਾਸਤੇ ਪਰਮਾਨੈਂਟ ਰੈਜ਼ੀਡੈਂਸੀ ਲੈਣੀ ਆਸਾਨ ਹੈਗੀ ਹੈ ਐਂਡ ਖਾਸ ਕਰ ਜਿਨ੍ਹਾਂ ਦੇ ਕੋਲ ਮਾਸਟਰਸ ਹੈਗੀ ਹੈ ਤਾਂ ਇਟ ਇਜ਼ ਆਲਵੇਜ਼ ਰਿਕਮੈਂਡਡ ਕਿ ਹੱਥ ਦੇ ਵਿੱਚ ਤੁਹਾਡੇ ਕੋਲ ਸਟੇਟਸ ਹੋਣਾ ਚਾਹੀਦਾ ਬਿਕੋਜ਼ ਜੇ ਯੂਐਸ ਦੇ ਵਿੱਚ ਤੁਹਾਨੂੰ 8 ਸਾਲ 10 ਸਾਲ 15 ਸਾਲ 20 ਸਾਲ ਬਾਅਦ ਰਹਿ ਕੇ ਵੀ ਸਟੇਟਸ ਨਾ ਮਿਲੇ ਤੇ ਤੁਹਾਨੂੰ ਵਾਪਸ ਜਾਣਾ ਪਵੇ ਤੇ ਤੁਸੀਂ 15 ਸਾਲ ਰਹਿ ਤੋਂ ਬਾਅਦ ਵਾਪਸ ਜਾਣਾ ਬੜਾ ਔਖਾ ਹੋ ਜਾਣਾ। ਇਹੀ ਚੀਜ਼ ਜਿਹੜੇ ਦੋਸਤ ਮਿਡਲ ਈਸਟ ਦੇ ਵਿੱਚ ਬੈਠੇ ਨੇ ਉਹ ਜਦ ਤੱਕ ਤੇ ਮਿਡਲ ਈਸਟ ਨੂੰ ਤੁਹਾਡੀ ਲੋੜ ਹੈ ਤਾਂ ਤੱਕ ਤੇ ਤੁਸੀਂ ਉੱਥੇ ਹੈਗੇ ਹੋ। ਇੱਕ ਵਾਰੀ ਤੁਸੀਂ 60 ਕ੍ਰਾਸ ਕਰ ਗਏ ਏਜ ਵਾਈਜ਼ ਤੇ ਉਹਨਾਂ ਨੂੰ ਦੇ ਡੋਂਟ ਨੀਡ ਯੂ ਸੋ ਉਦੋਂ ਦਿੱਕਤ ਆਣੀ ਸ਼ੁਰੂ ਹੁੰਦੀ ਹੈ ਬਿਕੋਜ਼ ਤੁਸੀਂ ਵਾਪਸ ਜਾ ਕੇ ਬਿਕੋਜ਼ ਇਹੋ ਜਿਹੇ ਮਾਹੌਲ ਦੇ ਵਿੱਚ ਰਹਿ ਰਿਹਾ ਹੁੰਦਾ ਤੁਸੀਂ ਜਿਹੜੇ ਬੜਾ ਨੀਟ ਐਂਡ ਕਲੀਨ ਮਾਹੌਲ ਹੈਗਾ, ਕਰਪਸ਼ਨ ਬਹੁਤ ਦੂਰ ਤੱਕ ਨਹੀਂ ਨਜ਼ਰ ਆਉਂਦੀ, ਚੋਰੀ ਚਕਾਰੀ ਕੋਈ ਨਹੀਂ ਹੈਗੀ, ਚੀਟਿੰਗ ਕੋਈ ਨਹੀਂ ਹੈਗੀ, ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ, ਲਾਅ ਐਂਡ ਆਰਡਰ ਵਾਲੀ ਬਸ ਗੱਲ ਕਰੀਏ। ਉਹ ਵਾਪਸ ਜਾ ਕੇ ਜਦੋਂ ਆਪਣੀ ਕੰਟਰੀ ਦੇ ਵਿੱਚ ਜਾਂਦੇ ਤੇ ਉਹ ਨਾ ਤੇ ਪੋਪੂਲੇਸ਼ਨ ਵਾਈਜ਼ ਉਹ ਐਸਟੈਬਲਿਸ਼ ਆਪਣੇ ਆਪ ਨੂੰ ਕਰ ਪਾਉਂਦੇ ਨੇ ਨਾ ਮਾਹੌਲ ਵਾਈਜ਼ ਆਪਣੇ ਆਪ ਨੂੰ ਐਸਟੈਬਲਿਸ਼ ਕਰ ਪਾਉਂਦੇ ਨੇ ਐਂਡ ਉਹਨਾਂ ਤੋਂ ਵੱਡੀ ਪ੍ਰੋਬਲਮ ਉਹਨਾਂ ਦੀ ਬੱਚਿਆਂ ਦੀ ਆਉਂਦੀ ਹੈਗੀ ਬਿਕੋਜ਼ ਬੱਚੇ ਜਿਸ ਮਾਹੌਲ ਦੇ ਵਿੱਚ ਪੜ੍ਹੇ ਹੋਣਗੇ ਉਸ ਤੋਂ ਬਾਅਦ ਉਹ ਵਾਪਸ ਉਸ ਮਾਹੌਲ ਦੇ ਵਿੱਚ ਜਾ ਨਹੀਂ ਸਕਦੇ। ਸੋ ਉਹ ਸਾਰੇ ਐਪਲੀਕੈਂਟਸ ਵਾਸਤੇ ਕੈਨੇਡਾ ਇਜ਼ ਰੀਅਲੀ ਅ ਹੈਵਨ ਬਿਕੋਜ਼ ਕੈਨੇਡਾ ਤੁਹਾਨੂੰ ਐਕਸੈਸ ਦਿੰਦਾ ਹੈ ਅਕ੍ਰੋਸ ਨਾਰਥ ਅਮਰੀਕਾ, ਅਕ੍ਰੋਸ ਯੂਰਪ। ਸੋ ਜਿਹੜਾ ਵੀ ਇੱਥੇ ਐਪਲੀਕੈਂਟ ਆਉਂਦਾ ਉਹਦੇ ਵਾਸਤੇ ਜੌਬ ਮਾਰਕੀਟਸ, ਬਿਜ਼ਨਸ ਮਾਰਕੀਟਸ ਉਹ ਬਹੁਤ ਸਾਰੀਆਂ ਖੁੱਲ ਜਾਂਦੀਆਂ ਹੈਗੀਆਂ। ਸੋ ਮੈਂ ਇੱਕੋ ਹੀ ਚੀਜ਼ ਕਹੂੰਗਾ ਕਿ ਜਿੰਨੇ ਵੀ ਐਪਲੀਕੈਂਟਸ ਯੂਐਸ ਤੋਂ ਵਿੱਚ ਬੈਠੇ ਨੇ and they're looking for options to settle in Canada, ਉੱਥੇ ਸਟੇਟਸ ਨਹੀਂ ਬਣ ਪਾ ਰਿਹਾ, ਇੱਕ ਵਾਰੀ ਸਾਡੇ ਕਿਸੇ ਕੰਸਲਟੈਂਟ ਨੂੰ ਜ਼ਰੂਰ ਡਿਸਕਸ ਕਰੋ। ਐਂਡ ਇੱਕ ਹੋਰ ਤਰ੍ਹਾਂ ਜੀ ਉੱਥੇ ਨਾ ਇੱਕ ਹੋਰ ਹੈ ਕਿ ਜਿਹੜੇ ਰਿਫਿਊਜੀਜ਼ ਹੈਗੇ ਨੇ ਉਹਨਾਂ ਦਾ 15 ਸਾਲ 20 ਸਾਲ ਕੇਸ ਚੱਲ ਕੇ ਵੀ ਕੁਝ ਨਹੀਂ ਬਣਦਾ ਪਿਆ ਐਂਡ ਉੱਥੇ ਐਸਟੈਬਲਿਸ਼ ਬਿਜ਼ਨਸ ਵੀ ਕਰ ਲਿਆ ਤਾਂ ਵੀ ਤਾਂ ਕੈਨੇਡਾ ਦੇ ਵਿੱਚ ਵੀ ਆਪਸ਼ਨਸ ਉਹਨਾਂ ਐਪਲੀਕੈਂਟਸ ਵਾਸਤੇ ਬਣ ਸਕਦੀਆਂ ਹੈਗੀਆਂ। ਉਹਦੇ ਵਾਸਤੇ ਇੱਕ ਵਾਰੀ ਤੁਹਾਨੂੰ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਲੈਣੀ ਪੈਣੀ ਹੈ ਜੀ। ਗੱਲ ਕਰਾਂਗੇ, ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਜੀ ਮੈਂ ਰਮਨਦੀਪ ਕੌਰ ਬੋਲ ਰਹੀ ਹਾਂ, ਮੈਂ ਇੰਟਾਰੀਓ ਤੋਂ ਗੱਲ ਕਰ ਰਹੀ ਹਾਂ ਜੀ। ਹਾਂਜੀ, ਤੇ ਮੈਂ ਪੀਆਰ ਰਿਗਾਰਡਿੰਗ ਇਨਫੋਰਮੇਸ਼ਨ ਆਈ ਸੀ ਤੇ ਇੱਥੇ ਮਤਲਬ ਮੈਂ ਇੰਟਾਰੀਓ ਮੈਂ 1 ਸਾਲ ਦਾ ਐਕਸਪੀਰੀਅੰਸ ਪੂਰਾ ਕਰ ਲਿਆ ਤੇ ਮੇਰੇ 450 ਪੁਆਇੰਟਸ ਬਣ ਰਹੇ ਆ ਬਟ ਉਹ ਆ ਨਹੀਂ ਰਿਹਾ ਹੈਗਾ, ਮਤਲਬ ਕੋਈ ਡ੍ਰੌਪ ਨੀਚੇ ਨਹੀਂ ਆ ਰਹੀ ਸਕੋਰ। ਤੇ ਮੈਂ ਐਲਬਰਟਾ ਮੂਵ ਹੋਣ ਬਾਰੇ ਸੋਚ ਰਹੀ ਸੀ, ਕੋਈ ਮਤਲਬ ਐਦਾਂ ਕੋਈ ਪ੍ਰੋਗਰਾਮ ਵਗੈਰਾ ਉੱਥੇ ਹੈਗਾ ਕਿ ਮੇਰਾ ਪਿਛਲਾ ਐਕਸਪੀਰੀਅੰਸ ਵੀ ਕੰਮ ਆ ਜਾਏ ਕੁਛ ਕਿੱਦਾਂ? ਰਮਨ ਤੁਹਾਡਾ 458 ਸਕੋਰ ਬਣ ਰਿਹਾ ਮਤਲਬ ਤੁਸੀਂ ਪਿੱਛੋਂ ਗ੍ਰੈਜੂਏਸ਼ਨ ਘੱਟੋ ਘੱਟ ਕਰਕੇ ਆਏ ਹੋਏ ਹੋ, ਰਾਈਟ? ਹਾਂਜੀ, ਗ੍ਰੈਜੂਏਸ਼ਨ ਕਰਕੇ ਆਈ ਹਾਂ ਮੈਂ। ਐਕਸਪੀਰੀਅੰਸ ਕਿਸ ਫੀਲਡ ਦੇ ਵਿੱਚ ਸੀਗਾ ਤੁਹਾਡਾ? ਹਾਂਜੀ, ਐਕਸਪੀਰੀਅੰਸ ਮੇਰੇ ਲਾਈਨ ਕੁੱਕ ਦਾ ਐਕਸਪੀਰੀਅੰਸ ਹੈ ਸਾਲ ਦਾ। ਐਂਡ ਤੁਹਾਡਾ ਪੋਸਟ ਗ੍ਰੈਡ ਵਰਕ ਪਰਮਿਟ ਕਦੋਂ ਤੱਕ ਵੈਲਿਡ ਹੈ? ਮੇਰਾ ਹਜੇ 1.5 ਸਾਲ ਦਾ ਪਿਆ ਹੈ। ਬਿਲਕੁਲ, ਐਬਸੋਲੂਟਲੀ ਮੂਵਿੰਗ ਆਊਟ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਹੈ ਜੀ ਸਰ। ਬਿਲਕੁਲ ਤਰਨ ਜੀ, ਹੁਣ ਇਹ ਬੱਚਾ ਗ੍ਰੇਡ ਜਦੋਂ ਇਹਨੇ 458 ਪੁਆਇੰਟਸ ਕਿਹਾ ਤੇ ਇਹ ਪਿੱਛੇ ਗ੍ਰੈਜੂਏਸ਼ਨ ਕਰਕੇ ਆਇਆ ਹੋਇਆ ਤੇ ਇਹਦੇ ਸਕੋਰ ਆਈਲੈਟਸ ਦੇ ਵੀ ਅੱਛੇ ਹੈਗੇ ਨੇ ਤਾਂ 458 ਤੇ ਪਹੁੰਚੇ ਹੈਗੇ ਨੇ ਐਂਡ 1 ਸਾਲ ਦੇ ਐਕਸਪੀਰੀਅੰਸ ਦੇ ਬਾਅਦ। ਇਹੀ ਜੇ ਗ੍ਰੇਡ 12 ਕਰਕੇ ਆਏ ਹੁੰਦੇ ਤੇ ਇਹਨਾਂ ਦਾ ਸਕੋਰ ਈਵਨ 8777 ਦੇ ਨਾਲ 425 ਤੇ ਬੈਠੇ ਹੁੰਦੇ ਐਂਡ ਜੇ ਇੱਕ ਦੇ ਵਿੱਚ ਵੀ ਘੱਟ ਹੋ ਜਾਂਦਾ ਤੇ ਇਹਨਾਂ ਦਾ ਸਕੋਰ 400 ਤੋਂ ਥੱਲੇ ਹੁੰਦਾ। 400 ਤੋਂ ਥੱਲੇ ਸਕੋਰ ਵਾਲਿਆਂ ਵਾਸਤੇ ਇਟ ਬਿਕਮਸ ਵੈਰੀ ਡਿਫਿਕਲਟ ਕਿ ਪਰਮਾਨੈਂਟ ਰੈਜ਼ੀਡੈਂਸੀ ਕਿਹੜੇ ਪ੍ਰੋਵਿੰਸ ਦੇ ਵਿੱਚ ਹੋਣੀ ਚਾਹੀਦੀ। ਸੋ ਉਹੋ ਜਿਹੇ ਸਾਰੇ ਸਟੂਡੈਂਟਸ ਨੂੰ ਮੈਂ ਕਹੂੰਗਾ ਕਿ ਮੂਵ ਆਊਟ। ਹੁਣ ਇਹ ਬੱਚਾ 458 ਤੇ ਸਕੋਰ ਦੇ ਉੱਤੇ ਹੈਗਾ, ਇਹਨਾਂ ਦੀ ਚਾਹੀਦਾ ਹੈਗਾ ਕਿ ਜਿਹੜੇ EMPLOYER ਨਾਲ ਕੰਮ ਕਰਦੇ ਪਏ ਉਹਨਾਂ ਨੂੰ ਕਹੋ ਕਿ ਤੁਹਾਨੂੰ ਜੌਬ ਆਫਰ ਦੇ ਨਾਲ ਹੈਲਪ ਕਰਨ। 458 ਤੇ ਤੁਹਾਡੇ ਪਿਕ ਹੋਣ ਦੇ ਚਾਂਸਸ ਹੋ ਵੀ ਸਕਦੇ ਨੇ। ਯੂ ਆਰ ਟੂ ਕਲੋਜ਼। ਸੋ ਬਿਕੋਜ਼ ਈਵਨ ਪ੍ਰੀ ਪੈਂਡੈਮਿਕ ਜਿਹੜਾ ਲਾਸਟ ਡਰਾ ਸੀਗਾ 467 ਤੋਂ ਥੱਲੇ ਨਹੀਂ ਗਿਆ ਸੀਗਾ, ਇਹ 458 ਤੇ ਬੈਠੇ ਨੇ ਐਂਡ ਅਸਿਸਟੈਂਟ ਕੁੱਕ ਦੇ ਜਾਂ ਲਾਈਨ ਕੁੱਕ ਦੇ ਤੌਰ ਤੇ ਬੈਠੇ ਨੇ। ਸੋ ਇਹਨਾਂ ਨੂੰ ਮੂਵਿੰਗ ਆਊਟ ਟੂ ਅਦਰ ਪ੍ਰੋਵਿੰਸਸ ਇਜ਼ ਡੈਫੀਨਿਟਲੀ ਬੈਟਰ ਫॉर ਹਰ ਐਂਡ ਐਲਬਰਟਾ ਚਲੇ ਜਾਣ ਤਾਂ ਵੀ ਪੀਐਨਪੀ ਦੇ ਵਿੱਚ ਕੁਆਲੀਫਾਈ ਕਰ ਜਾਓਗੇ ਬਟ EMPLOYER ਦੀ ਸਪੋਰਟ ਤੁਹਾਨੂੰ ਜ਼ਰੂਰ ਲੈਣੀ ਪਏਗੀ। ਉਸ ਤੋਂ ਚੰਗਾ ਆਪਣੇ EMPLOYER ਨੂੰ ਇੱਥੇ ਕਹੋ ਕਿ ਤੁਹਾਨੂੰ ਹੈਲਪ ਕਰਨ ਪੀਐਨਪੀਸ ਦੇ ਵਿੱਚ ਜੀ। ਬਿਲਕੁਲ, ਜਾਂ ਐਲਐਮਆਈਐਸ ਦੇ ਨਾਲ ਜੌਬ ਆਫਰ ਦੇ ਨਾਲ। ਬਿਲਕੁਲ, ਆਪਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਸੀ ਜਿਹੜੇ ਬਾਹਰ ਜਿਨ੍ਹਾਂ ਨੇ ਰੈਫਿਊਜੀ ਸਟੇਟਸ ਲਗਾਇਆ ਹੋਇਆ ਉੱਥੇ ਬਿਜ਼ਨੈਸਿਸ ਜਿਹੜੇ ਉੱਥੇ ਡਿਵੈਲਪ ਕਰ ਰਹੇ ਨੇ, ਇੱਥੇ ਆ ਕੇ ਵੀ ਉਹਨਾਂ ਨੂੰ ਓਪਰਚੁਨਿਟੀਜ਼ ਮਿਲ ਸਕਦੀਆਂ ਨੇ। ਬਿਲਕੁਲ ਤਰਨ ਜੀ, ਅੱਜ ਦੀ ਤਰੀਕ ਦੇ ਵਿੱਚ ਕੋਈ ਵੀ ਬਿਜ਼ਨਸਮੈਨ ਹੈਗਾ ਆ ਕਿਤੇ ਵੀ ਦੁਨੀਆ ਦੇ ਵਿੱਚ ਬੈਠੇ ਨੇ, ਉਹ ਆਪਣੇ ਬਿਜ਼ਨਸ ਦੀ ਐਕਸਪੈਂਸ਼ਨ ਦੇ ਨਾਂ ਉੱਤੇ ਵੀਜ਼ਾ ਲੈ ਕੇ ਕੈਨੇਡਾ ਆ ਸਕਦੇ ਨੇ, ਰਾਈਟ? ਸੋ ਦਿਸ ਇਜ਼ ਇੰਟਰਾ ਕੰਪਨੀ C11 C10 ਦੇ ਬਹੁਤ ਅੱਜਕੱਲ ਗੱਲਾਂ ਹੋ ਰਹੀਆਂ ਹੈਗੀਆਂ ਬਟ ਜਦੋਂ ਵੀ ਐਪਲੀਕੇਸ਼ਨ ਲਗਾਓ ਮੇਕ ਸ਼ੋਰ ਇਟ ਇਜ਼ ਡਨ ਪ੍ਰੋਪਰਲੀ
ਐਂਡ ਉਹਦੇ ਵਿੱਚ ਬਿਜ਼ਨਸ ਪਲਾਨਸ ਤੁਹਾਡੇ ਪ੍ਰੋਫੈਸ਼ਨਲੀ ਮੇਡ ਹੋਣੇ ਚਾਹੀਦੇ ਨੇ। ਡੂ ਨਾਟ ਗੈਟ ਅ ਆਰਡੀਨਰੀ ਪਰਸਨ ਟੂ ਡੂ ਅ ਬਿਜ਼ਨਸ ਪਲਾਨ ਫॉर ਯੂ, ਬਿਕੋਜ਼ ਜਦੋਂ ਪ੍ਰੋਫੈਸ਼ਨਲ ਬਣਾਏਗਾ ਤੇ ਪ੍ਰੋਫੈਸ਼ਨਲ ਲੁੱਕ ਇਨਟੂ ਕਰੇਗਾ ਕਿ ਇਮੀਗ੍ਰੇਸ਼ਨ ਆਸਪੈਕਟ ਦੇ ਨਾਲ ਕਿਹੜੀ ਚੀਜ਼ਾਂ ਚਾਹੀਦੀਆਂ। ਤਕਰੀਬਨ ਹਰ ਅਕਾਊਂਟੈਂਟ, ਹਰ ਬੁੱਕ ਕੀਪਰ ਬਿਜ਼ਨਸ ਪਲਾਨ ਤਿਆਰ ਕਰਕੇ ਦਿੰਦੇ ਨੇ ਐਂਡ ਦੇ ਚਾਰਜ ਮਚ ਲੈਸ ਐਜ਼ ਵੈਲ। ਬਟ ਉਹ ਜਿਹੜੇ ਬਿਜ਼ਨਸ ਪਲਾਨਸ ਹੁੰਦੇ ਦੀਜ਼ ਆਰ ਮੋਰ ਫੋਕਸਡ ਟੂਵਰਡਸ ਬੈਂਕ ਲੋਨਸ, ਬੈਂਕ ਉਹਦੀਆਂ ਐਪਲੀਕੇਸ਼ਨਸ ਵਾਸਤੇ, ਇਮੀਗ੍ਰੇਸ਼ਨ ਆਸਪੈਕਟ ਦੇ ਉੱਤੇ ਫੋਕਸ ਨਹੀਂ ਹੁੰਦੇ। ਸੋ ਜਿਹੜੇ ਇਮੀਗ੍ਰੇਸ਼ਨ ਆਸਪੈਕਟ ਦੇ ਨਾਲ ਬਿਜ਼ਨਸ ਪਲਾਨ ਤੁਹਾਨੂੰ ਬਣਾ ਕੇ ਦੇਗਾ ਉਹ ਮੋਰ ਪ੍ਰੋਫੈਸ਼ਨਲ ਥੋਰੋ ਹੋਏਗਾ ਐਸ ਐਂਡ ਇਟ ਵਿਲ ਬੀ ਮੋਰ ਫੋਕਸ ਕਿ ਆਫਿਸਰ ਕੀ ਦੇਖਣਾ ਚਾਹੁੰਦਾ ਆ। ਸੋ ਜਦੋਂ ਵੀ ICT ਦੇ ਵਿੱਚ ਤੁਸੀਂ ਐਪਲੀਕੇਸ਼ਨ ਲਗਾਉਣਾ ਚਾਹੁੰਦੇ ਹੋ, ਦਿਸ ਪ੍ਰੋਬਬਲੀ ਇਜ਼ ਅ ਗੁੱਡ ਟਾਈਮ, ਬਿਕੋਜ਼ ਤੁਸੀਂ ਇੱਥੇ ਆਪਣੀ ਪੂਰੀ ਫੈਮਿਲੀ ਦੇ ਨਾਲ ਆ ਜਾਂਦੇ ਹੋ। ਇੱਥੇ ਆ ਕੇ ਆਪਣਾ ਬਿਜ਼ਨਸ ਵੀ ਐਸਟੈਬਲਿਸ਼ ਹੋ ਜਾਂਦਾ ਹੈ, ਤੁਸੀਂ PR ਵਾਸਤੇ ਵੀ ਕੁਆਲੀਫਾਈ ਕਰ ਜਾਂਦੇ ਹੈਗੇ ਹੋ। ਸੋ ਤੁਹਾਨੂੰ 200 ਪੁਆਇੰਟਸ ਵੀ ਮਿਲ ਜਾਂਦੇ ਨੇ ਜਿਹੜੇ ਕਲੇਮ ਕਰਨਾ ਚਾਹੁੰਦੇ ਹੈਗੇ ਹੋ। ਸੋ ਆਪਸ਼ਨਸ ਬੈਟਰ ਹੈਗੀਆਂ ICT ਦੇ ਹਰ ਬਿਜ਼ਨਸਮੈਨ ਵਾਸਤੇ। ਅੱਜ ਦੀ ਤਰੀਕ ਦੇ ਵਿੱਚ ਕੈਨੇਡਾ ਇਜ਼ ਅ ਬੂਨ, ਕੈਨੇਡਾ ਇਜ਼ ਅ ਹੈਵਨ ਐਟ ਦਿਸ ਮੋਮੈਂਟ। ਜਿਵੇਂ ਤੁਸੀਂ ਗੱਲ ਕੀਤੀ ਆ ਮੈਨੀਟੋਬਾ ਦੀ ਥੋੜੀ ਜਿਹੀ ਗੱਲ ਕਰ ਲਈ, ਕਹਿੰਦੇ PNP ਨੇ ਇਸ ਵਾਰੀ ਡਿਟੇਲ ਵਰਕਰ, ਸੇਲਸ ਵਰਕਰ ਦੇ ਉੱਤੇ ਕਾਫੀ ਟਾਰਗੇਟ ਕੀਤਾ ਹੈ। ਸਰ ਇਹ ਕਿਹੜੀ ਜੌਬ ਹੈ ਤੇ ਜਿਹੜੀ ਇੱਥੇ ਜਿਨ੍ਹਾਂ ਨੂੰ ਨਹੀਂ ਮਿਲ ਪਾ ਰਹੀ PNP ਦੇ ਵਿੱਚ, ਕੀ ਉਧਰ ਮੂਵ ਹੋਣਾ ਜ਼ਿਆਦਾ ਬੈਟਰ ਆਪਸ਼ਨ ਹੈ? ਤਰਨ ਜੀ ਐਬਸੋਲੂਟਲੀ ਨਾਟ। ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈ ਖਾਸ ਕਰ ਜਿਨ੍ਹਾਂ ਨੇ ਵਿਨੀਪੈਗ ਤੋਂ ਬਾਹਰ, ਮੈਨੀਟੋਬਾ ਤੋਂ ਬਾਹਰ ਪੜ੍ਹਾਈ ਕੀਤੀ ਹੈ, ਉਹਨਾਂ ਤੋਂ ਉੱਥੇ ਜਾਂਦੇ ਹੀ 200 ਪੁਆਇੰਟਸ ਮਾਈਨਸ ਹੋ ਜਾਣੇ। ਜਿਨ੍ਹਾਂ ਨੇ ਜੌਬ ਵੀ ਕੀਤੀ ਹੈ ਤੇ ਪੜ੍ਹਾਈ ਵੀ ਕੀਤੀ ਹੈ, 200 ਪੁਆਇੰਟਸ ਮਾਈਨਸ ਦੇ ਨਾਲ ਤੁਸੀਂ ਕੁਆਲੀਫਾਈ ਨਹੀਂ ਕਰ ਸਕਦੇ। ਤੁਹਾਡਾ ਕੁਆਲੀਫਾਈ ਹੋਣਾ ਔਰ ਬਾਕੀ ਲੋਕਲਸ ਦੇ ਨਾਲ ਕੰਪੀਟ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ। ਜਿਹੜਾ ਤੇ ਇੰਟਰਨੈਸ਼ਨਲ ਸਟੂਡੈਂਟ ਆ ਕੇ ਪੜ੍ਹਿਆ ਹੀ ਮੈਨੀਟੋਬਾ ਦੇ ਵਿੱਚ ਹੈਗਾ, ਐਬਸੋਲੂਟਲੀ ਦੇ ਵਿਲ ਈਜ਼ੀਲੀ ਕੁਆਲੀਫਾਈ। ਬਟ ਜਿਹੜਾ ਇੱਥੋਂ ਮੂਵ ਹੋ ਕੇ ਉੱਥੇ ਜਾ ਰਿਹਾ ਹੈਗਾ ਪੋਸਟ ਗ੍ਰੈਡ ਵਰਕ ਪਰਮਿਟ ਤੋਂ ਬਾਅਦ, ਉਹਨਾਂ ਨੂੰ ਨਹੀਂ ਜਾਣਾ ਚਾਹੀਦਾ। ਦੇ ਸ਼ੁੱਡ ਬੀ ਮੂਵਿੰਗ ਟੂ ਅਦਰ ਪ੍ਰੋਵਿੰਸਿਸ। ਐਬਸੋਲੂਟਲੀ ਉਹਨਾਂ ਨੇ ਰੀਸੈਂਟ ਜਿਹੜਾ ਡਰਾ ਹੈਗਾ ਉਹ ਉਹਨਾਂ ਨੇ ਇੱਕ ਸੇਲਸ ਕੰਸਲਟੈਂਟਸ ਦੇ ਉੱਤੇ, ਸੁਪਰਵਾਈਜ਼ਰਸ ਦੇ ਉੱਤੇ ਟਾਰਗੇਟ ਕੀਤਾ ਹੈਗਾ, ਸੇਲਸ ਦੇ ਮਾਰਕੀਟਿੰਗ ਦੀ ਜੌਬਸ ਦੇ ਉੱਤੇ ਟਾਰਗੇਟ ਕੀਤਾ। ਐਬਸੋਲੂਟਲੀ। ਬਟ ਜਿਹੜਾ ਸਟੂਡੈਂਟ ਇੱਥੇ ਪੜ੍ਹ ਰਿਹਾ ਉਹਨਾਂ ਨੂੰ ਸੈਸਕੈਚੁਅਨ, ਮੂਵਿੰਗ ਟੂ ਸੈਸਕੈਚੁਅਨ ਇਜ਼ ਬੈਟਰ। ਮੈਂ ਹਮੇਸ਼ਾ ਕਹਿੰਦਾ ਤਰਨ ਜੀ, ਜਦੋਂ ਵੀ ਤੁਸੀਂ ਮੂਵ ਕਰਨਾ ਇੱਕ ਚੀਜ਼ ਸੋਚ ਕੇ ਮੂਵ ਕਰੋ ਕਿ ਉਸ ਪ੍ਰੋਵਿੰਸ ਦੇ ਵਿੱਚ ਕੱਲ ਨੂੰ PNP ਸਕੋਰ ਨਾ ਹੋਵੇ। ਠੀਕ ਹੈ। ਜੇ PNP ਸਕੋਰ ਹੋਏਗਾ ਤੇ ਤੁਸੀਂ ਫਿਰ ਓਨਟਾਰੀਓ ਦੇ ਵਿੱਚ ਹੀ ਚੰਗੇ ਹੈਗੇ ਹੋ। ਓਕੇ। ਬਿਕੋਜ਼ ਓਨਟਾਰੀਓ ਦੇ ਵਿੱਚ ਜਿੰਨੇ ਵੀ ਅਸੀਂ PNP ਦੇ ਡਰਾਜ਼ ਦੇਖ ਰਹੇ ਹਾਂ, ਆਕੂਪੇਸ਼ਨ ਸਪੈਸਿਫਿਕ ਡਰਾਜ਼ ਹੈਗੇ ਨੇ ਐਂਡ ਪੁਆਇੰਟ ਬੇਸਡ ਇਮੀਗ੍ਰੇਸ਼ਨ ਹੈਗੀ ਹੈ। ਗੋ ਟੂ ਸੈਸਕੈਚੁਅਨ, ਗੋ ਟੂ ਐਟਲਾਂਟਿਕਸ, ਉੱਥੇ ਪੁਆਇੰਟ ਬੇਸਡ ਤਾਂ ਨਹੀਂ ਹੈਗੀ ਘੱਟੋ ਘੱਟ ਇਮੀਗ੍ਰੇਸ਼ਨ। ਗੱਲ ਕਰਾਂਗੇ ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ ਰਮਨਦੀਪ ਕੌਰ, ਮੈਂ ਪਹਿਲਾਂ ਵੀ ਸਵਾਲ ਪੁੱਛਿਆ ਸੀਗਾ ਤੇ ਹਾਂਜੀ ਮੈਂ ਸੇਮ ਸਵਾਲ ਮੇਰਾ ਫੇਰ ਹੈ ਕਿ ਮੈਂ ਅਲਬਰਟਾ ਮੂਵ ਹੋਣ ਦਾ ਸੋਚ ਰਹੀ ਹਾਂ ਕਿ ਕੀ ਆਪਸ਼ਨ ਉੱਥੇ ਮੇਰੇ ਵਾਸਤੇ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਵੈਸੇ ਤੁਹਾਨੂੰ ਉਹਨਾਂ ਨੇ ਆਪਸ਼ਨ ਦੱਸੇ ਸੀ ਕਿ ਤੁਸੀਂ ਅਲਬਰਟਾ ਮੂਵ ਹੋ ਸਕਦੇ ਹੋ। ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ ਹਾਂਜੀ। ਹਾਂ ਮੈਂ ਐਂ ਸਰ ਪੁੱਛਣਾ ਸੀ ਵੀ ਸਾਡੇ ਨਾ ਉੱਥੇ ਇੰਡੀਆ ਤੋਂ ਕੁੜੀ ਦਾ ਵੀਜ਼ਾ ਲੱਗ ਗਿਆ ਵਰਕ ਪਰਮਿਟ ਤੇ ਉਹ ਇੱਥੇ ਆ ਸਕਦੀ ਜਿੱਥੇ ਉਹਨੇ ਐਲੀਮੈਂਟ ਦੀ ਜਾਂ ਕਿਤੇ ਹੋਰ ਵੀ ਉਤਰ ਸਕਦੀ ਹੈ। ਇਸ ਤਾਂ ਮੇਰਾ ਇਹ ਸਵਾਲ ਹੈ ਜੀ ਵੀ ਮਤਲਬ ਐਡਮਿਟ ਨੇ ਉਤਰੇ ਜਾਂ ਕਿਤੇ ਹੋਰ ਤੋਂ ਵੀ ਉਤਰ ਸਕਦੀ ਹੈ। ਠੀਕ ਹੈ ਜੀ। ਤੇ ਦੂਜਾ ਸਵਾਲ ਮੇਰਾ ਇਹ ਆ ਵੀ ਉਹਦਾ ਇੱਕ ਮੁੰਡਾ ਵੀ ਉਹ ਪੜ੍ਹਦਾ ਉੱਥੇ, ਵੀ ਉਹ ਕਦੋਂ ਆ ਸਕਦਾ? ਕਦੋਂ ਆ ਸਕਦਾ? ਹਾਂ ਉਹਦਾ ਨਾਲ ਵੀਜ਼ਾ ਨਹੀਂ ਲਿਖਿਆ ਜਾਂਦਾ। ਓਕੇ ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਹੈ ਪ੍ਰੋਗਰਾਮ। ਜੀ ਸਰ। ਬਿਲਕੁਲ ਰਮਨਦੀਪ, ਉੱਥੇ ਮੂਵ ਹੋ ਸਕਦੀ ਹੈ ਜੀ ਅਲਬਰਟਾ ਦੇ ਵਿੱਚ, ਐਬਸੋਲੂਟਲੀ। ਬਟ ਉੱਥੇ ਵੀ ਤੁਹਾਨੂੰ ਜਾ ਕੇ PNPs ਦੇ ਵਿੱਚ EMPLOYER ਦੀ ਹੈਲਪ ਲੋੜ ਪਏਗੀ ਤਾਂ ਹੀ ਤੁਸੀਂ ਕੁਆਲੀਫਾਈ ਹੋਗੇ। ਹੁਣ ਦੂਸਰੇ ਬੀਜੀ ਦੇ ਕੁਐਸਚਨ ਦੀ ਹੋ ਗਈ ਕਿ ਇਹਨਾਂ ਦੀ ਡਾਟਰ ਆ ਰਹੀ ਹੈ, ਰਾਈਟ? ਉਸ ਬੱਚੇ ਨੂੰ ਉੱਥੇ ਉਤਰਨਾ ਚਾਹੀਦਾ ਜੀ ਜਿੱਥੇ ਦਾ ਉਹਦਾ ਵਰਕ ਪਰਮਿਟ ਹੈਗਾ, ਜਿੱਥੇ ਦਾ ਉਹਨੂੰ ਜੌਬ ਆਫਰ ਹੈਗੀ ਹੈ। ਸੋ ਜੇ ਜੌਬ ਉਹਨਾਂ ਦੀ ਐਡਮਿੰਟਨ ਦੀ ਹੈਗੀ ਹੈ, ਉਹਨਾਂ ਨੂੰ ਐਡਮਿੰਟਨ ਹੀ ਉਤਰਨਾ ਚਾਹੀਦਾ ਹੈਗਾ। ਬਿਕੋਜ਼ ਕਈ ਵਾਰੀ ਹੁੰਦਾ ਕੀ ਹੈ ਕਿ ਟੋਰਾਂਟੋ ਤੁਸੀਂ ਉਤਾਰ ਲਓਗੇ ਤੇ ਅੱਗੇ ਕਨੈਕਟਿੰਗ ਫਲਾਈਟ ਵੀ ਨਹੀਂ ਹੋਏਗੀ ਤੇ ਆਫਿਸਰ ਨੇ ਉਹਦਾ ਵੀਜ਼ਾ ਵੀ ਕੈਂਸਲ ਕਰ ਸਕਦੇ ਨੇ। ਸੋ ਇਹੋ ਜਿਹੀ ਗਲਤੀ ਨਹੀਂ ਕਰਿਓ, ਅਵੋਇਡ ਕਰਿਆ ਜੇ, ਉਸ ਬੱਚੇ ਨੂੰ ਉੱਥੇ ਹੀ ਉਤਰਨ ਦਿਆ। ਹੁਣ ਦੂਜੀ ਚੀਜ਼ ਕਿ ਤੁਸੀਂ ਉਹਨਾਂ ਦੇ ਬੱਚੇ ਦੀ ਗੱਲ ਕਰ ਰਹੇ ਹੋ ਤਾਂ ਟੈਕਨੀਕਲੀ ਜੇ ਤੇ ਉਹਨਾਂ ਦੀ ਨੌਕ 20 ਦੀ ਤੱਕ ਦੀ ਜੌਬ ਹੈਗੀ ਹੈ ਜਾਂ ਸੁਪਰਵਾਈਜ਼ਰ ਜਾਂ ਟੈਕਨੀਕਲ ਜੌਬ ਹੈਗੀ ਤੇ 3 ਪੇ ਸਾਈਕਲਸ ਦੇ ਬਾਅਦ ਉਹਨਾਂ ਦੇ ਫੈਮਿਲੀ ਦਾ ਡਿਪੈਂਡੈਂਟ ਵੀਜ਼ਾ ਲੱਗ ਸਕਦਾ ਹੈਗਾ। ਐਂਡ ਜੇ ਉਹ ਨੌਕ C ਜਾਂ D ਲੇਬਰ ਜਾਂ ਹੈਲਪਰ ਦੇ ਵਿੱਚ ਹੈਗੀ ਤੇ ਉਹ ਨਵੀਂ ਪਾਲਿਸੀ ਹਲੇ ਇੰਪਲੀਮੈਂਟ ਨਹੀਂ ਹੋਈ। ਜਦੋਂ ਇੰਪਲੀਮੈਂਟ ਹੋਏਗੀ ਉਸ ਤੋਂ ਬਾਅਦ ਉਹ ਅਪਲਾਈ ਕਰ ਸਕਦੇ। ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ ਮੇਰਾ ਸਵਾਲ ਇਹ ਹੈਗਾ ਜੀ ਕਿ ਜਿਵੇਂ ਮੈਂ ਐਲਬਰਟਾ ਮੂਵ ਹੋ ਗਈ ਤੇ ਫੈਡਰਲ ਐਕਸਪ੍ਰੈਸ ਐਂਟਰੀ ਦਾ ਤੇ ਐਲਬਰਟਾ ਐਕਸਪ੍ਰੈਸ ਐਂਟਰੀ ਦੀ ਪ੍ਰੋਫਾਈਲਾਂ ਦਾ ਦੋਨਾਂ ਦਾ ਕੀ ਡਿਫਰੈਂਸ ਹੈ? ਤੇ ਨੌਕ B ਦੀ ਜੋਬ ਹੋਵੇ ਉੱਥੇ ਬੰਦਾ ਕੁਆਲੀਫਾਈਡ ਹੋ ਜਾਂਦਾ ਜੇ ਆਲਰੇਡੀ ਐਕਸਪ੍ਰੈਸ ਐਂਟਰੀ ਵਿੱਚ ਫਾਈਲ ਲਗਾਈ ਹੋਵੇ?
ਜੀ ਤੁਸੀਂ ਟੀਵੀ ਦੋਨਾਂ ਦਾ ਕੀ ਡਿਫਰੈਂਸ ਹੈ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਜੀ ਸਰ ਜੀ ਤੁਸੀਂ ਬੇਸਿਕਲੀ ਕੀ ਹੈਗਾ ਜੀ, ਪ੍ਰੋਵਿੰਸ ਜਿਹੜਾ ਹੈਗਾ ਆਪਣੇ ਡਰਾਜ਼ ਪਿਕ ਕਰਦਾ ਹੈਗਾ ਐਂਡ ਕੱਲਾ ਇੱਕ ਸਟਰੀਮ ਨਹੀਂ ਹੈਗੀ ਐਕਸਪ੍ਰੈਸ ਐਂਟਰੀ, ਦੇਰ ਆਰ ਮਲਟੀਪਲ ਸਟਰੀਮਸ ਇਵਨ ਇਨ ਅਲਬਰਟਾ। ਕੁਝ ਸਟਰੀਮ ਜਿਹੜੀਆਂ ਹੈਗੀਆਂ EMPLOYER ਸਪੈਸੀਫਿਕ ਸਟਰੀਮਸ ਹੈਗੀਆਂ ਐਂਡ ਉਹਦੇ ਵਿੱਚ ਕੁਛ ਹੈਗੀਆਂ ਕਿ ਐਕਸਪ੍ਰੈਸ ਐਂਟਰੀ ਦਾ ਪ੍ਰੋਫਾਈਲ ਪਿਕ ਹੁੰਦਾ, ਕੁਛ ਹੈਗਾ PNP ਸਟ੍ਰੇਟ ਆਪਣੇ ਪ੍ਰੋਫਾਈਲਸ ਪਿਕ ਕਰਦੇ ਨੇ। ਸੋ ਆਹ ਡਿਫਰੈਂਸ ਹੈਗਾ ਜੀ। ਐਂਡ ਈਵਨ ਓਨਟਾਰੀਓ ਦੇ ਵਿੱਚ ਵੀ ਇਟ ਇਜ਼ ਸਿਮਿਲਰ। ਤੁਸੀਂ PNP ਜਿਹੜਾ ਹੈਗਾ ਓਨਟਾਰੀਓ ਦਾ ਜਿਹੜਾ ਹੈਗਾ ਉਹ ਐਕਸਪ੍ਰੈਸ ਐਂਟਰੀ ਤੋਂ ਵੀ ਪਿਕ ਹੋ ਸਕਦਾ ਹੈ ਐਂਡ ਸਟ੍ਰੇਟ PNP ਤੋਂ ਵੀ ਪਿਕ ਹੋ ਸਕਦਾ। ਸੋ ਉਹਨਾਂ ਦੀ ਸਕੋਰਿੰਗ ਡਿਫਰੈਂਟ ਹੈਗੀ ਹੈ। ਸੋ ਉਹਦੇ ਵਿੱਚ ਨਾਰਮਲੀ ਆ ਫਰਕ ਪੈ ਜਾਂਦਾ ਹੈਗਾ। ਐਂਡ ਜਿਹੜਾ ਐਲਬਰਟਾ ਵਾਲਾ ਤੁਸੀਂ ਕਹਿ ਰਹੇ ਹੈਗੇ ਉਹਦੇ ਵਿੱਚ EMPLOYER ਦੀ ਸਪੋਰਟ ਤੁਹਾਨੂੰ ਹੋਏਗੀ ਤੇ ਇਟ ਵਿਲ ਬੀ ਐਨ ਐਡਿਡ ਐਡਵਾਂਟੇਜ ਟੂ ਯੂ। ਜੀ ਬਿਲਕੁਲ। ਇੱਕ ਹੋਰ ਦਰਸ਼ਕ ਨੇ ਸਾਨੂੰ YouTube ਤੇ ਟੈਕਸਟ ਕਰ ਰਹੇ ਨੇ, ਪਰ ਮਾਫੀ ਚਾਹਾਂਗੇ ਤੁਸੀਂ ਨਾ ਤਾਂ ਆਪਣਾ ਫੀਲਡ ਲਿਖਿਆ ਨਾ ਤੁਸੀਂ ਉਮਰ ਲਿਖੀ। ਇਹਨਾਂ ਨੇ ਕਿਹਾ ਕਿ 10 ਸਾਲ ਦਾ ਇੰਡੀਆ 'ਚ ਕੰਮ ਦਾ ਤਜਰਬਾ ਹੋ ਚੁੱਕਿਆ ਹੈ, ਕੈਨੇਡਾ ਮੂਵ ਹੋਣਾ ਚਾਹੁੰਦੇ ਆ PR ਨਾਲ ਫੈਮਿਲੀ ਦੇ। ਸੋ ਇਹਨਾਂ ਨੇ ਕੋਈ ਨਹੀਂ ਦੱਸਿਆ ਹੈਗਾ ਕਿੱਥੋਂ ਦੇ ਰਹਿਣ ਵਾਲੇ, ਕੀ ਐਕਸਪੀਰੀਅੰਸ ਹੈਗਾ, ਕਿੰਨੀ ਐਜੂਕੇਸ਼ਨ ਹੈ। ਸੋ ਪੂਰੀ ਜਾਣਕਾਰੀ ਨਾਲ ਤੁਸੀਂ ਸਾਨੂੰ ਟੈਕਸਟ ਕਰ ਸਕਦੇ ਹੋ। ਵਾਪਸ ਟੌਪਿਕ ਤੇ ਆਈ, ਤੁਸੀਂ ਕਹਿੰਦੇ ਸਸਕੈਚੁਅਨ ਇੱਕ ਬੈਟਰ ਆਪਸ਼ਨ ਹੋ ਸਕਦਾ ਹੈ। ਤੇ ਸਰ ਜਿਵੇਂ ਤੁਸੀਂ ਇਹਦੇ ਬਾਰੇ ਗੱਲਬਾਤ ਕੀਤੀ ਹੈ, ਕਈ ਵਾਰੀ ਇਹ ਜਿਹਾ ਹੁੰਦਾ ਕਿ ਜੌਬ ਓਪਰਚੁਨਿਟੀਜ਼ ਘੱਟ ਹੁੰਦੀਆਂ ਨੇ ਕਿਸੇ ਕੋਲ, ਤਾਂ ਕਰਕੇ ਐਕਸਪੀਰੀਅੰਸ ਦੇ ਚੱਲਦਿਆਂ ਨਹੀਂ ਬਣ ਪਾਉਂਦਾ ਹੈਗਾ। ਤੁਹਾਡੇ ਕੋਲ ਵੀ ਕੁਝ ਜੌਬ ਓਪਰਚੁਨਿਟੀਜ਼ ਹੈਗੀਆਂ ਨੇ ਜਿਹੜੇ ਖਾਸ ਤੌਰ ਤੇ ਇੱਥੇ ਵਿਜ਼ਟਰ ਵੀਜ਼ਾ ਤੇ ਆਏ ਸੀ, ਜੇਕਰ ਉਹ ਟਰਾਈ ਕਰਨਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਵੀ ਐਕਸਟੈਂਸ਼ਨਸ ਮਿਲ ਚੁੱਕੀਆਂ ਨੇ, ਕੀ ਕਹਿਣਾ ਚਾਹੋਗੇ? ਤਰਨ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਇਸ ਟਾਈਮ ਤੇ ਟਰੱਕ ਡਰਾਈਵਰਸ ਦੀਆਂ ਜੌਬ ਓਪਨਿੰਗਸ ਹੈਗੀਆਂ। ਸੋ ਟਰੱਕ ਡਰਾਈਵਰਸ ਦੀਆਂ ਸਾਡੇ ਕੋਲ 3 ਤਰ੍ਹਾਂ ਦੀਆਂ ਓਪਨਿੰਗਸ ਹੈ। ਪਹਿਲੀ ਤੇ ਉਹਨਾਂ ਵਾਸਤੇ ਹੈਗੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈਗੇ ਨੇ, ਓਪਨ ਵਰਕ ਪਰਮਿਟ ਦੇ ਉੱਤੇ ਹੈਗੇ ਨੇ, ਜਾਂ ਸਪਾਊਸਸ ਹੈਗੇ ਨੇ, ਜਾਂ ਉਹ ਇੱਥੇ ਕੰਮ ਕਰ ਰਹੇ ਨੇ। ਓਪਨ ਵਰਕ ਪਰਮਿਟ ਦੇ ਉੱਤੇ ਹੈਗੇ ਉਹ ਤੁਹਾਡੇ ਕੋਲ AZ ਲਾਇਸੈਂਸ ਹੈਗਾ, US ਦਾ ਵੀਜ਼ਾ ਹੈਗਾ ਜਾਂ ਐਬਸਟਰੈਕਟ ਆਪਣਾ ਲਾਇਸੈਂਸ, ਤੇ ਆਪਣੇ ਵਰਕ ਪਰਮਿਟ ਦੀ ਡਿਟੇਲ ਸਾਡੇ ਨਾਲ ਸ਼ੇਅਰ ਕਰ ਦਿਓ। ਤੁਸੀਂ ਜੌਬ ਜੁਆਇਨ ਤੁਹਾਡੀ ਇੰਟਰਵਿਊ ਕਰਵਾਵਾਂਗੇ, ਤੁਸੀਂ ਜੌਬ ਜੁਆਇਨ ਕਰ ਸਕਦੇ ਹੋ। ਐਂਡ EMPLOYER ਕੁਆਲੀਫਾਈਡ ਹੈਗਾ PNP ਵਾਸਤੇ ਹੈਲਪ ਕਰਨ ਵਾਸਤੇ। ਸੋ ਗ੍ਰੇਡ 12 ਦੇ ਨਾਲ 4 ਬੈਂਡਸ ਦੇ ਨਾਲ ਵੀ ਤੁਸੀਂ PR ਦੀ ਐਪਲੀਕੇਸ਼ਨ PNP ਦੇ ਥਰੂ ਲਗਾਉਣ ਦੇ ਵਾਸਤੇ ਐਲੀਜੀਬਲ ਹੈਗੇ। ਪਹਿਲੇ ਤੇ ਉਹ ਇੰਟਰਨੈਸ਼ਨਲ ਸਟੂਡੈਂਟ ਓਪਨ ਵਰਕ ਪਰਮਿਟ ਵਾਲੇ ਹੋ ਗਏ। ਦੂਸਰੇ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਆਏ ਹੋਏ ਨੇ, ਵਿਜ਼ਟਰ ਆਏ ਸੀਗੇ, AZ ਲਾਇਸੈਂਸ ਲੈ ਲਿਆ ਹੈਗਾ, ਹੁਣ ਦੇ ਆਰ ਲੁਕਿੰਗ ਫॉर EMPLOYER, ਤਾਂ ਵੀ ਆਪਣੀ ਡਿਟੇਲ ਸਾਡੇ ਨਾਲ ਸ਼ੇਅਰ ਕਰ ਦਿਓ। ਬਿਕੋਜ਼ ਸਾਡੇ ਜਿਹੜੇ EMPLOYERS ਹੈਗੇ ਨੇ they are even ready to hire new people on LMIAs। ਸੋ LMIA ਤੇ ਤੁਸੀਂ ਉੱਥੇ ਕੰਮ ਕਰ ਸਕਦੇ ਹੋ ਐਂਡ ਤੁਸੀਂ PNP ਵਾਸਤੇ ਕੁਆਲੀਫਾਈ ਕਰ ਜਾਓਗੇ ਸਾਲ ਮਗਰੋਂ। ਤੀਸਰੇ ਉਹ ਹੋ ਗਏ ਐਪਲੀਕੈਂਟ ਜਿਨ੍ਹਾਂ ਦੇ ਕੋਲ ਟਰੱਕ ਡਰਾਈਵਿੰਗ ਦਾ, ਮਿਡਲ ਈਸਟ ਦਾ ਜਾਂ ਯੂਰਪ ਦਾ ਐਕਸਪੀਰੀਅੰਸ ਹੈਗਾ। ਜੇ ਤੁਸੀਂ ਗ੍ਰੇਡ 12 ਤੁਹਾਡੇ ਕੋਲ ਹੈਗੀ ਹੈ, ਆਈਲੈਟ ਦੇ ਵਿੱਚ 5 ਬੈਂਡ 4.5 ਬੈਂਡਸ ਹੈਗੇ ਨੇ, ਤੇ ਤੁਸੀਂ ਆਪਣੀ ਡਿਟੇਲ ਸਾਡੇ ਨਾਲ ਸ਼ੇਅਰ ਕਰ ਦਿਓ। ਤੁਹਾਡੀ ਇੰਟਰਵਿਊ ਹੋਏਗੀ, ਇਫ ਇਟ ਗੋਜ਼ ਥਰੂ LMIA ਤੇ ਤੁਸੀਂ ਵਰਕ ਪਰਮਿਟ ਤੇ ਆ ਸਕਦੇ ਹੋ। ਇੱਥੇ ਆ ਕੇ ਆਪਣਾ ਲਾਇਸੈਂਸ ਚੇਂਜ ਕਰਾ ਕੇ ਤੁਸੀਂ ਜੌਬ ਤੇ ਜਾ ਸਕਦੇ ਹੋ। ਐਂਡ ਇਹਦੇ ਵਿੱਚ ਸਭ ਤੋਂ ਐਡਵਾਂਟੇਜ ਕੀ ਹੈਗਾ, ਅੱਜ ਦੀ ਤਰੀਕ ਦੇ ਵਿੱਚ ਟਰੱਕ ਡਰਾਈਵਰ ਦੇ ਡਿਪੈਂਡੈਂਟਸ ਵੀ ਇੱਥੇ ਓਪਨ ਵਰਕ ਪਰਮਿਟ ਤੇ ਸਟੱਡੀ ਪਰਮਿਟ ਤੇ ਆ ਸਕਦੇ ਨੇ। ਸੋ ਉਹ ਐਡਵਾਂਟੇਜ ਹੈਗਾ। ਸੋ ਟਰੱਕ ਡਰਾਈਵਰਸ ਤੋਂ ਬਾਅਦ ਸਾਡੇ ਕੋਲ ਤਰਨ ਜੀ ਦੂਸਰੀ ਜਿਹੜੀ ਓਪਨਿੰਗਸ ਹੈਗੀਆਂ ਵੈਲਡਰਸ ਦੀਆਂ ਹੈਗੀਆਂ। ਜਿਨ੍ਹਾਂ ਦੇ ਮੇਰੇ ਕੋਲ ਵੀ ਦੋਸਤਾਂ ਨੇ ITI ਕੀਤੀ ਹੋਈ ਹੈ ਜਾਂ ਡਿਪਲੋਮਾ ਕੀਤੇ ਹੋਏ ਨੇ ਵੈਲਡਿੰਗ ਦੇ, ਤੇ ਆਪਣੀ ਡਿਟੇਲਸ ਸਾਡੇ ਨਾਲ ਸ਼ੇਅਰ ਕਰ ਦਿਓ। ਜੇ ਤੁਹਾਡੇ ਕੋਲ ਹੈਵੀ ਵੈਲਡਿੰਗ ਦਾ ਐਕਸਪੀਰੀਅੰਸ ਹੈਗਾ, ਮਿਡਲ ਈਸਟ ਦਾ ਐਕਸਪੀਰੀਅੰਸ ਹੋਵੇ, ਇੰਡੀਆ ਦਾ ਐਕਸਪੀਰੀਅੰਸ ਹੋਵੇ ਜਾਂ ਕਿਸੇ ਹੋਰ ਕੰਟਰੀ ਦਾ ਐਕਸਪੀਰੀਅੰਸ ਹੋਵੇ, ਹੈਵੀ ਵੈਲਡਿੰਗਸ ਮਤਲਬ ਆਇਲ ਐਂਡ ਗੈਸ ਦੇ ਵਿੱਚ ਤੁਸੀਂ ਵੈਲਡਿੰਗ ਕੀਤੀ ਹੋਵੇ, ਮਾਈਨਿੰਗਸ ਦੇ ਵਿੱਚ ਵੈਲਡਿੰਗ ਕੀਤੀ ਹੋਵੇ, ਸ਼ਿਪ ਯਾਰਡਸ ਦੇ ਵਿੱਚ, ਜਾਂ ਹੈਵੀ ਵੈਲਡਿੰਗ ਦਾ ਐਕਸਪੀਰੀਅੰਸ ਹੈਗਾ, ਤੇ ਆਪਣੀ ਡਿਟੇਲਸ ਵੀ ਸ਼ੇਅਰ ਕਰ ਦਿਓ। ਐਂਡ ਤੁਹਾਡੀ ਵੀ ਇੰਟਰਵਿਊ ਹੋਏਗੀ ਐਂਡ ਯੂ ਕੈਨ ਕਮ ਐਂਡ ਜੁਆਇਨ। ਐਂਡ ਮਿਨੀਮਮ ਗ੍ਰੇਡ 12 ਤੁਹਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਹੈ, ਬਿਕੋਜ਼ PR ਨਹੀਂ ਤਾਂ ਨਹੀਂ ਹੋਏਗੀ ਤੁਹਾਡੀ। ਸੋ ਗ੍ਰੇਡ 12 ਜ਼ਰੂਰ ਚਾਹੀਦੀ ਹੈ ਐਂਡ 4 ਬੈਂਡ ਦੇ ਨਾਲ ਤੁਸੀਂ PR ਵਾਸਤੇ ਕੁਆਲੀਫਾਈ ਕਰ ਜਾਓਗੇ। ਤੀਸਰੀ ਓਪਨਿੰਗ ਸਾਡੇ ਕੋਲ ਮਸ਼ੀਨਿਸਟ ਦੀਆਂ ਹੈਗੀਆਂ। ਜਿਹੜੇ ਵੀ ਦੋਸਤ ਨੇ ਮੈਟ੍ਰਿਕ ਤੋਂ ਬਾਅਦ 3 ਸਾਲ ਦੇ ਮਕੈਨੀਕਲ ਦੇ ਡਿਪਲੋਮੇ ਕੀਤੇ ਨੇ, ਜਾਂ ਬੈਚਲਰਸ ਕਰਕੇ ਤੁਸੀਂ ਕੰਮ ਕਰ ਰਹੇ ਹੋ CNC ਪ੍ਰੋਗਰਾਮ ਦੇ ਤੌਰ ਤੇ, ਮਸ਼ੀਨਿਸਟ ਦੇ ਤੌਰ ਤੇ, ਟੂਲ ਐਂਡ ਡਾਈ ਮੇਕਿੰਗ ਦੇ ਵਿੱਚ ਕੰਮ ਕਰ ਰਹੇ ਹੋ, ਤੇ ਆਪਣੀ ਡਿਟੇਲਸ ਸਾਡੇ ਨਾਲ ਸ਼ੇਅਰ, ਈਵਨ ਫੈਬਰੀਕੇਟਰਸ ਦਾ ਕੰਮ ਕਰ ਰਹੇ ਹੋ ਤੇ ਡਿਟੇਲਸ ਸ਼ੇਅਰ ਕਰ ਦਿਓ। ਤੁਹਾਡੀ ਵੀ ਇੰਟਰਵਿਊ ਹੋ ਕੇ ਤੁਸੀਂ ਵਰਕ ਪਰਮਿਟ ਤੇ ਆ ਸਕਦੇ ਹੋ, ਬਿਕੋਜ਼ ਰੈਡੀ LMIs ਹੈਗੇ ਨੇ। ਇਹਦੇ ਨਾਲ ਹੈਵੀ ਇਕੁਇਪਮੈਂਟ ਮਕੈਨਿਕਸ ਦਾ ਐਕਸਪੀਰੀਅੰਸ ਹੋਵੇ ਤੁਹਾਡੇ ਕੋਲ, ਤਾਂ ਵੀ ਸਾਡੇ ਕੋਲ ਓਪਨਿੰਗਸ ਹੈਗੀਆਂ। ਐਂਡ ਨਾਲ ਦੀ ਨਾਲ ਨਰਸਿਸ, ਜੇ ਕੋਈ ਵੀ GNM ਕੀਤੀ ਹੋਈ ਹੈ ਜਾਂ BSc ਨਰਸਿੰਗ ਕੀਤੀ ਹੋਈ ਹੈ, ਜੇ ਤੁਹਾਡੀ ਡਿਗਰੀ ਅਸੈਸਮੈਂਟ ਆਈਲੈਟਸ ਹੋਈ ਹੋਈ ਹੈ, ਆਪਣਾ CV ਸਾਡੇ ਨਾਲ ਫਾਰਵਰਡ ਕਰ ਦਿਓ। ਤੁਹਾਡੀ ਵੀ ਇੰਟਰਵਿਊ ਹੋਏਗੀ ਐਂਡ ਯੂ ਕੈਨ ਕਮ ਇਨ ਐਂਡ ਤੁਸੀਂ ਵੀ PNPs ਵਾਸਤੇ ਕੁਆਲੀਫਾਈ ਕਰ ਸਕਦੇ ਹੋ। ਸੋ ਦਿਸ ਪ੍ਰੋਬਬਲੀ ਇਜ਼ ਅ ਗੁੱਡ ਟਾਈਮ, ਬਿਕੋਜ਼ ਹੁਣ ਮੌਸਮ ਖੁੱਲ੍ਹਣਾ ਸ਼ੁਰੂ ਹੋ ਗਿਆ। ਅੱਜ ਤਰਨ ਜੀ ਮੇਰੇ ਖਿਆਲ ਰੈਕਡ ਤੋੜ ਦਿੱਤਾ ਕੈਨੇਡਾ ਨੇ, ਓਨਟਾਰੀਓ ਨੇ। ਮੇਰੇ ਖਿਆਲ ਟੈਂਪਰੇਚਰ ਦਾ 2001 ਤੋਂ ਬਾਅਦ ਅੱਜ ਉਹਨਾਂ ਟੈਂਪਰੇਚਰ ਹੋਇਆ 27-28 ਡਿਗਰੀ, ਜਿਹੜਾ ਇੱਕੋਦਮ ਜੈਕਟ ਤੋਂ ਉਤਰ ਕੇ।
ਸੋ ਮੌਸਮ ਜਿਸ ਤਰ੍ਹਾਂ ਖੁੱਲੇਗਾ, ਜੌਬ ਮਾਰਕੀਟ ਐਕਸਪੈਂਡ ਹੋਏਗੀ, ਦਿਸ ਇਜ਼ ਅ ਗੁੱਡ ਟਾਈਮ ਕਿ ਵਿਜ਼ਟਰ ਆ ਕੇ ਵਰਕ ਪਰਮਿਟ ਲੈ ਸਕਦੇ ਨੇ। ਸੋ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਜਾਂ ਕਿਸੇ ਹੋਰ ਕੰਸਲਟੈਂਟ ਨੂੰ ਸੰਪਰਕ ਕਰ ਸਕਦੇ ਹੋ। ਸਾਨੂੰ ਸੰਪਰਕ ਕਰਨ ਵਾਸਤੇ ਸਾਡਾ ਈਮੇਲ ਆਈਡੀ ਹੈਗਾ info@iccmiggration.ca, info@iccmiggration.ca। ਫੋਨ ਨੰਬਰ ਹੈਗਾ ਜੀ 905-461-2424, 905-461-2424 ਐਂਡ WhatsApp ਨੰਬਰ ਹੈਗਾ 647-850-9000। ਥੈਂਕ ਯੂ ਸੋ ਮਚ ਸਰ ਸਾਡੇ ਪ੍ਰੋਗਰਾਮ ਚ ਆਉਣ ਲਈ ਤੇ ਜਾਣਕਾਰੀ ਸਾਂਝੀ ਕਰਨ ਲਈ। ਥੈਂਕ ਯੂ ਤਰਨਜੀਤ। ਸੋ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਹੁਣ ਜੌਬ ਚਾਹੀਦੀ ਹੈ ਜਾਂ ਫਿਰ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਤੁਸੀਂ ICC ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।